ਸਤਿ ਸ਼੍ਰੀ ਅਕਾਲ ਦੋਸਤੋ। ਦੇਸ਼ ਸੇਵਾ ਦੇ ਪ੍ਰੋਗਰਾਮ ਨਵੀਂ ਗੱਲ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਤੇ ਮੈਂ ਤੁਹਾਡਾ ਆਪਣਾ ਅਵਤਾਰ ਨਗਲੀਆਂ। ਜਿਵੇਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅਲੱਗ-ਅਲੱਗ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਉਂਦੇ ਹਾਂ, ਉਹਨਾਂ ਦੀ ਗੱਲਬਾਤ ਕਰਵਾਉਂਦੇ ਹਾਂ। ਉਸੇ ਲੜੀ ਨੂੰ ਅੱਗੇ ਤੋਰਦੇ ਹਾਂ। ਅੱਜ ਸਾਡੇ ਵਿੱਚ ਹੋਣਗੇ ਇੱਕ ਵੱਡਾ ਨਾਮ, ਬਹੁਤ ਵੱਡੇ ਲੇਖਕ ਨੇ, ਸਰਦਾਰ ਮਨਮੋਹਨ ਸਿੰਘ ਜੀ ਦਾਊ ਸਾਹਿਬ, ਜੋ ਸ਼੍ਰੋਮਣੀ ਲੇਖਕ ਸਾਹਿਤਕਾਰ ਨੇ ਤੇ ਨੈਸ਼ਨਲ ਅਵਾਰਡੀ ਨੇ। ਅੱਜ ਉਹ ਆਪਣੇ ਬਹੁਤ ਕੀਮਤੀ ਸਮਾਂ ਕੱਢ ਕੇ ਦੇਸ਼ ਸੇਵਾ ਦੇ ਵਿਹੜੇ ਪਹੁੰਚੇ ਨੇ। ਦਾਊ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। मैं भी थोड़ा धन्यवाद करता हाँ कि तुसी मैनू याद किया है अवतार नगलिया जी। मैनू ये खुश है कि ये चैनल जोड़ा है हरमन प्यारा हो रहा है। ਦਾਊ ਸਾਹਿਬ, ਜਿਵੇਂ ਕਿ ਅਸੀਂ ਕਿਸੇ ਵੀ ਸ਼ਖਸੀਅਤ ਬਾਰੇ ਜਦੋਂ ਜਾਣਦੇ ਹੁੰਦੇ ਹਾਂ, ਉਹਨੂੰ ਪੜ੍ਹਦੇ ਸੁਣਦੇ ਹੁੰਦੇ ਹਾਂ, ਤਾਂ ਸਾਡੇ ਦਿਲ ਵਿੱਚ ਇੱਕ ਦਿਲੀ ਇੱਛਾ ਜ਼ਰੂਰ ਹੁੰਦੀ ਹੈ ਕਿ ਅਸੀਂ ਉਹਦੇ ਪਿਛੋਕੜ ਬਾਰੇ ਵੀ ਜਾਣੀਏ। ਜਿਵੇਂ ਕਿ ਤੁਹਾਡੇ ਨਾਮ ਦੇ ਨਾਲ ਹੀ ਦਾਊ ਲੱਗਦਾ, ਤਾਂ ਦਾਊ ਜਿਹੜਾ ਪਿੰਡ ਆ ਉਹ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਪਰ ਮੈਂ ਇੱਕ ਵਾਰੀ ਜ਼ਰੂਰ ਜਾਣਨਾ ਚਾਹੂੰਗਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਆਪਣੇ ਪਿਛੋਕੜ ਬਾਰੇ ਤੇ ਆਪਣੀ ਲੇਖਣੀ ਬਾਰੇ, ਸ਼ੁਰੂਆਤ ਬਾਰੇ ਜ਼ਰੂਰ ਜਾਣਨਾ ਪਾਓ। मेरा जो जन्म है ना 22 सितंबर 1941 ਨੂੰ ਹੋਇਆ ਸੀਗਾ ਜੀ, ਪਿੰਡ ਦਾਊ ਵਿਖੇ। ਤੇ ਮੇਰੀ ਮਾਤਾ ਜੀ ਦਾ ਨਾਮ ਸੀ ਸ਼੍ਰੀਮਤੀ ਗੁਰਨਾਮ ਕੌਰ ਤੇ ਮੇਰੇ ਪਿਤਾ ਜੀ ਬੜੇ ਉੱਘੇ ਆਦਰਸ਼ਕ ਅਧਿਆਪਕ ਰਹੇ ਨੇ। ਉਹਨਾਂ ਦਾ ਨਾਮ ਸੀ ਸਰਦਾਰ ਸਰੂਪ ਸਿੰਘ ਨੰਬਰਦਾਰ ਜੀ। ਤੇ ਮੇਰਾ ਬਚਪਨ ਜਿਹੜਾ ਹੈਗਾ ਸਾਰਾ ਪਿੰਡ ਦਾਊ ਵਿਖੇ ਹੀ ਜੰਮਿਆ ਪਲਿਆ ਹਾਂ। ਤੇ ਉੱਥੇ ਮੈਂ ਪ੍ਰਾਇਮਰੀ ਸਕੂਲ ਤੱਕ, ਤੀਜੀ ਜਮਾਤ ਤੱਕ ਜਿਹੜਾ ਪ੍ਰਾਇਮਰੀ ਸਕੂਲ ਹੁੰਦਾ ਸੀ, ਰਾਮਗੜ੍ਹ ਅਸੀਂ ਤੁਰ ਕੇ ਜਾਇਆ ਕਰਦੇ ਸੀ। ਤੇ ਉੱਥੋਂ ਮੈਂ ਤੀਜੀ ਜਮਾਤ ਪਾਸ ਕੀਤੀ। ਫਿਰ ਮੈਂ ਚੌਥੀ ਜਮਾਤ ਜਿਹੜੀ ਆ ਖਰੜ ਪ੍ਰਾਇਮਰੀ ਸਕੂਲ ਤੋਂ ਕੀਤੀ। ਉਸ ਤੋਂ ਬਾਅਦ ਖਾਲਸਾ ਹਾਈ ਸਕੂਲ ਜਿਹੜਾ ਖਰੜ ਹੈ, ਜਿੱਥੇ ਮੇਰੇ ਪਿਤਾ ਜੀ ਪੜ੍ਹਾਉਂਦੇ ਸਨ, ਉਹਨਾਂ ਦੀ ਬੜੀ ਦੇਣ ਹੈ ਉਸ ਸਕੂਲ ਨੂੰ। 5ਵੀਂ ਤੋਂ ਲੈ ਕੇ 10ਵੀਂ ਤੱਕ ਮੈਂ ਖਾਲਸਾ ਹਾਈ ਸਕੂਲ 'ਚ ਪੜ੍ਹਿਆ। 1957 'ਚ ਫਿਰ ਮੈਂ ਮੈਟ੍ਰਿਕ ਕੀਤੀ। ਤੇ ਜਦੋਂ ਮੈਂ ਉੱਥੇ ਪੜ੍ਹਦਾ ਹੁੰਦਾ ਸੀ, ਉਦੋਂ ਵੀ ਮੈਨੂੰ ਕਵਿਤਾ ਸੁਣਾਉਣ ਦਾ ਬੜਾ ਸ਼ੌਕ ਹੁੰਦਾ ਸੀਗਾ ਜੀ। ਉਸ ਤੋਂ ਬਾਅਦ 1957 'ਚ ਮੈਟ੍ਰਿਕ ਕਰਨ ਤੋਂ ਬਾਅਦ ਫਿਰ ਮੈਂ ਗੌਰਮੈਂਟ ਸਰਕਾਰੀ ਸਕੂਲ ਜਿਹੜਾ ਸੀਗਾ ਆਪਣਾ ਚੰਡੀਗੜ੍ਹ, ਉੱਥੋਂ ਫਿਰ ਮੈਂ ਗ੍ਰੈਜੂਏਸ਼ਨ ਕੀਤੀ ਹੈ। ਗੌਰਮੈਂਟ ਕਾਲਜ ਜਿਹੜਾ ਸੈਕਟਰੀ ਸਵੇਲੇ 11 ਹੈ, ਉੱਥੇ ਮੈਂ 1962-63 ਦੇ ਵਿੱਚ ਗ੍ਰੈਜੂਏਸ਼ਨ ਕੀਤੀ। ਅਤੇ ਜਦੋਂ ਮੈਂ ਕਾਲਜ ਵਿੱਚ ਪੜ੍ਹਦਾ ਸੀ, ਉਦੋਂ ਮੈਨੂੰ ਪੰਜਾਬੀ ਕਵਿਤਾ ਲਿਖਣ ਦਾ ਬੜਾ ਸ਼ੌਕ ਸੀਗਾ ਜੀ। ਅਤੇ ਸਾਡੇ ਜਿਹੜੇ ਪ੍ਰੋਫੈਸਰ ਸੀ ਡਾਕਟਰ ਬਲਬੀਰ ਸਿੰਘ ਗਿੱਲ, ਉਹ ਮੇਰੀ ਬੜੀ ਕਦਰ ਕਰਦੇ ਸਨ। ਅਤੇ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਮੇਰੀ ਪੰਜਾਬੀ ਮਾਂ ਬੋਲੀ ਹੈ ਨਾ, ਉਸ ਨੂੰ ਪ੍ਰਫੁੱਲਤ ਕਰਨ ਵਿੱਚ, ਉਹਦੇ ਪ੍ਰਤੀ ਮੋਹ ਜਗਾਉਣ ਵਿੱਚ, ਪਹਿਲਾਂ ਤਾਂ ਜਿਹੜਾ ਮੇਰਾ ਪ੍ਰਾਇਮਰੀ ਅਧਿਆਪਕ ਸੀ ਮਾਸਟਰ ਰਾਮ ਸਿੰਘ ਪਿੰਡ ਦਾਊ ਦਾ, ਉਸ ਨੇ ਮੈਨੂੰ ਹੱਲਾਸ਼ੇਰੀ ਦਿੱਤੀ। ਮੇਰੀ ਜਿਹੜੀ ਪੰਜਾਬੀ ਸੀ ਉਸ ਨੂੰ ਸਵਾਰਿਆ ਨਿਖਾਰਿਆ। ਉਹਦੇ ਨਾਲ ਹੀ ਮੇਰੇ ਪਿਤਾ ਜੀ ਵੀ ਬਹੁਤ ਵਧੀਆ ਅਧਿਆਪਕ ਸਨ। ਉਹਨਾਂ ਦੀ ਅੰਗਰੇਜ਼ੀ ਅਤੇ ਪੰਜਾਬੀ ਬਹੁਤ ਖੂਬਸੂਰਤ ਸੀ। ਉਹਨਾਂ ਨੇ ਮੈਨੂੰ ਪੰਜਾਬੀ ਦੇ ਅੱਖਰ ਲਿਖਣੇ ਸਿਖਾਏ, ਮੇਰੀ ਸੁੰਦਰ ਲਿਖਤ ਬਣਾਈ। ਅਤੇ ਫਿਰ ਕਾਲਜ ਦੇ ਵਿੱਚ ਡਾਕਟਰ ਬਲਬੀਰ ਸਿੰਘ ਗਿੱਲ ਹੋਰਾਂ ਨੇ ਜਿਹੜੀ ਮੇਰੀ ਪੰਜਾਬੀ ਪਛਾਣ ਬਣਾਈ ਹੈ ਕਿ ਕਾਲਜ ਦੇ ਵਿੱਚ, ਅਤੇ ਮੈਨੂੰ ਉਹਨਾਂ ਨੇ ਬੜਾ ਉਤਸ਼ਾਹਿਤ ਕੀਤਾ ਕਵਿਤਾ ਲਿਖਣ ਲਈ। ਅਤੇ ਮੈਂ ਕਾਲਜ ਮੈਗਜ਼ੀਨ ਦਾ ਸੰਪਾਦਕ ਵੀ ਰਿਹਾ। ਅਤੇ ਮੈਨੂੰ ਉਹਨਾਂ ਨੇ ਉਸ ਵੇਲੇ, ਜਦੋਂ ਮੈਂ ਪੜ੍ਹਦਾ ਸੀ, ਜਦੋਂ ਮੈਂ ਗ੍ਰੈਜੂਏਸ਼ਨ ਕੀਤੀ, ਅਤੇ ਉਸ ਕਾਲਜ ਵਾਲਿਆਂ ਨੇ, ਸਰਕਾਰੀ ਕਾਲਜ ਜਿਹੜਾ ਚੰਡੀਗੜ੍ਹ ਸੈਕਟਰ 11 ਦਾ ਹੈ, ਅਤੇ ਮੈਨੂੰ ਬਤੌਰ ਵਧੀਆ ਸੰਪਾਦਕ ਅਤੇ ਵਧੀਆ ਲੇਖਕ ਦੇ ਤੌਰ 'ਤੇ ਸਨਮਾਨਿਤ ਵੀ ਕੀਤਾ। ਉਹ ਸਰਟੀਫਿਕੇਟ ਵੀ ਮੇਰੇ ਕੋਲ ਹੁਣ ਤੱਕ ਹੈ। ਅਤੇ ਉਹ ਪੁਸਤਕਾਂ ਵੀ ਜਿਹੜੀਆਂ ਮੈਨੂੰ ਉਸ ਪੁਰਸਕਾਰ ਦਿੱਤੀਆਂ ਸੀਗੀਆਂ ਨਗਲੀਆ ਜੀ, ਮੈਂ ਸਾਂਭ ਕੇ ਰੱਖੇ ਹੋਏ। ਮੈਨੂੰ ਚੀਜ਼ਾਂ ਦੀ ਸੰਭਾਲ ਬੜੀ ਕਰਨੀ ਆਉਂਦੀ ਹੈ। ਉਸ ਤੋਂ ਬਾਅਦ ਮੈਂ BEd ਕੀਤੀ ਹੈ ਚੰਡੀਗੜ੍ਹ ਤੋਂ, ਸੈਕਟਰ 20 ਤੋਂ। ਉੱਥੇ ਵੀ ਆਈ ਗੋਟ ਡਿਸਟਿੰਕਸ਼ਨ ਟੀਚਿੰਗ ਆਫ ਪੰਜਾਬੀ। ਉੱਥੋਂ ਵੀ ਮੈਨੂੰ ਕਾਲਜ ਵਾਲਿਆਂ ਨੇ ਪੰਜਾਬੀ ਦਾ ਵਧੀਆ ਇੱਕ ਅਧਿਆਪਕ ਹੋਣ ਦੇ ਤੌਰ 'ਤੇ ਸਨਮਾਨਿਤ ਕੀਤਾ ਜੀ। ਉਸ ਤੋਂ ਬਾਅਦ ਫਿਰ ਮੈਂ ਸਰਕਾਰੀ ਨੌਕਰੀ 'ਚ ਆ ਗਿਆ। ਪਹਿਲਾਂ ਕੁਛ ਦੇਰ ਮੈਂ ਖਾਲਸਾ ਹਾਈ ਸਕੂਲ ਜਿਹੜਾ ਲੰਬਿਆ ਸਾਹਿਬ ਸੋਹਾਣਾ ਹੈ, ਉੱਥੇ ਮੈਂ ਸਵਾ ਕੁ ਸਾਲ ਪੜ੍ਹਾਇਆ ਜੀ। ਉਸ ਤੋਂ ਬਾਅਦ ਮੈਂ ਸਰਕਾਰੀ ਨੌਕਰੀ 'ਚ ਆ ਗਿਆ ਬਤੌਰ ਐਸ ਮਾਸਟਰ। ਅਤੇ ਪਹਿਲੀ ਨਿਯੁਕਤੀ ਮੇਰੀ ਸਰਕਾਰੀ ਮਿਡਲ ਸਕੂਲ ਚਿਊੜ ਹੋਈ ਜੀ। ਉਹ ਇਸ ਤਰ੍ਹਾਂ ਫਿਰ ਮੈਂ ਇਸ ਦੌਰਾਨ, ਜਦੋਂ ਮੈਂ ਨੌਕਰੀ ਵੀ ਕਰਦਾ ਸੀ, ਫਿਰ ਮੈਂ 1967-68 ਦੇ ਵਿੱਚ ਪੰਜਾਬੀ ਦੀ MA ਕੀਤੀ, ਬੜੇ ਚੰਗੇ ਨੰਬਰਾਂ ਦੇ ਵਿੱਚ। ਅਤੇ ਫਿਰ ਮੈਂ ਲਿਖਣਾ, ਜਿਹੜਾ ਮੇਰਾ ਪ੍ਰਾਰੰਭ ਹੈ ਲਿਖਣ ਦਾ, ਸਹਿਜ ਸਿਰਜਣਾ ਦਾ, ਉਹ ਲਗਭਗ 1960 ਤੋਂ ਸ਼ੁਰੂ ਹੋ ਜਾਂਦਾ ਹੈ। ਅਤੇ ਇਹ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ। ਅਤੇ ਇਸ ਤਰ੍ਹਾਂ ਜਿਹੜਾ ਮੇਰਾ ਲਿਖਣ ਦਾ ਅਤੇ ਮੇਰੀ ਵਿੱਦਿਆ ਦਾ ਹੈਗਾ ਚੱਲਦਾ ਰਿਹਾ ਦੌਰ। ਅਤੇ ਮੈਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਸ਼ੁਰੂ ਤੋਂ ਹੀ ਬੜਾ ਲਗਾਓ ਰਿਹਾ ਹੈ। ਇਹ ਇਸ ਤਰ੍ਹਾਂ ਦਾ ਥੋੜ੍ਹਾ ਜਿਹਾ ਮੇਰਾ ਇਹ ਪੰਧ ਹੈਗਾ, ਵਿੱਦਿਆ ਦਾ ਪੰਧ ਹੈਗਾ, ਨੌਕਰੀ ਦਾ ਪੰਧ। ਫਿਰ 2000 'ਚ ਮੈਂ ਸੇਵਾ ਮੁਕਤ ਹੋਇਆ ਬਤੌਰ ਸੀਨੀਅਰ ਲੈਕਚਰਰ ਦੇ, ਪੰਜਾਬੀ ਲੈਕਚਰਰ ਦੇ ਤੌਰ 'ਤੇ। 3B1 'ਚ ਜਿਹੜਾ ਸਕੂਲ ਹੈ ਸਰਕਾਰੀ ਹਾਈ ਸੀਨੀਅਰ ਸੈਕੰਡਰੀ ਸਕੂਲ, ਉੱਥੋਂ ਮੈਨੂੰ ਲਗਭਗ 20 ਸਾਲ ਹੋ ਗਏ। ਹੁਣ ਮੈਂ ਆਪਣਾ ਸਾਰਾ ਸਮਾਂ ਆਪਣੀ ਮਾਂ ਬੋਲੀ ਦੇ ਲਈ ਲਾ ਰਿਹਾ, ਸਹਿਜ ਸਿਰਜਣਾ ਲਈ ਅਤੇ ਜਾਂ ਸਮਾਜ ਸੇਵਾ ਲਈ।
ਭਾਵੇਂ ਮੈਨੂੰ ਕਈ ਵਾਰ ਕਈ ਨੌਕਰੀਆਂ ਵਾਸਤੇ ਵੀ ਸੱਦੇ ਪੱਤਰ ਆਏ, ਪਰ ਅਵਤਾਰ ਜੀ ਮੈਂ ਚਾਹੁੰਦਾ ਕਿ ਜਿਹੜਾ ਇਹ ਜੀਵਨ ਹੈ ਨਾ, ਇਹ ਮੈਂ ਆਪਣੀ ਪੁਆਧ ਖਾਤਰ, ਆਪਣੀ ਮਾਂ ਬੋਲੀ ਖਾਤਰ ਜਾਂ ਸਮਾਜ ਵਾਸਤੇ ਲਾ ਸਕਾਂ। ਦਰਅਸਲ ਆਪਾਂ ਪੁਆਧ ਦੀ ਵੀ ਗੱਲ ਕਰਾਂਗੇ। ਪੰਜਾਬੀ ਕਵਿਤਾ ਲਿਖਣ ਤੋਂ ਪੰਜਾਬੀ ਬਾਲ ਸਾਹਿਤ ਵੱਲ ਕਿਵੇਂ ਇੱਧਰ ਨੂੰ ਦਿਲਚਸਪੀ ਬਣੀ? ਅਸਲ ਵਿੱਚ ਗੱਲ ਇਹ ਸੀ, ਜਦੋਂ ਮੈਂ ਸਕੂਲ 'ਚ ਪੜ੍ਹਾਉਂਦਾ ਸੀ ਨਾ, ਮੈਂ ਮਹਿਸੂਸ ਕੀਤਾ ਵੀ ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿੱਚ ਬੱਚਿਆਂ ਲਈ ਬੜਾ ਜਿਹੜਾ ਬਾਲ ਸਾਹਿਤ ਹੈ ਲਿਖਿਆ ਜਾ ਰਿਹਾ ਹੈ। ਤੇ ਮੈਂ ਮਹਿਸੂਸ ਰਿਹਾ ਵੀ ਮੈਂ ਇੱਕ ਅਧਿਆਪਕ ਵੀ ਹਾਂ, ਮੈਂ ਲੇਖਕ ਵੀ ਹਾਂ, ਵੀ ਮੈਂ ਬਹੁਤ ਵਧੀਆ ਬੱਚਿਆਂ ਨੂੰ ਸਮਝ ਰਿਹਾ, ਉਹਨਾਂ ਦੀ ਜਿਹੜੀ ਸਾਈਕੀ ਹੈਗੀ, ਉਹਨਾਂ ਦਾ ਮਨੋਵਿਗਿਆਨ ਬੱਚੇ ਦਾ, ਉਹਨਾਂ ਦੀਆਂ ਜਿਹੜੀਆਂ ਰੁਚੀਆਂ ਨੇ, ਉਹਨਾਂ ਦੇ ਜਜ਼ਬਾਤ। ਤੇ ਮੈਂ ਸੋਚਿਆ ਕਿ ਇਹ ਜਿਹੜਾ ਖੇਤਰ ਖਾਲੀ ਪਿਆ ਹੈ ਨਾ ਬਾਲ ਸਾਹਿਤ ਦਾ, ਤੇ ਇਹਦੇ ਵਿੱਚ ਮੈਨੂੰ ਲਿਖਣਾ ਚਾਹੀਦਾ ਹੈ। ਤੇ ਮੈਂ ਫਿਰ 1970 ਦੇ ਵਿੱਚ ਲਗਭਗ ਬਾਲ ਸਾਹਿਤ ਲਿਖਣਾ ਸ਼ੁਰੂ ਕੀਤਾ। ਤੇ ਜਿਹੜਾ ਪੰਜਾਬ ਸਿੱਖਿਆ ਬੋਰਡ ਦੇ ਉਦੋਂ ਰਸਾਲਾ ਛਪਦਾ ਸੀਗਾ ਪੰਖੜੀਆਂ, ਤੇ ਉਹਦੇ ਵਿੱਚ ਮੇਰੀਆਂ ਰਚਨਾਵਾਂ ਪਹਿਲੇ ਪੰਨੇ ਤੇ ਲੱਗ ਰਹੀਆਂ। ਫਿਰ ਪ੍ਰਾਇਮਰੀ ਸਿੱਖਿਆ ਵੀ ਸ਼ੁਰੂ ਹੋਇਆ ਉਹਨਾਂ ਦਾ ਰਸਾਲਾ। ਇਸ ਤਰ੍ਹਾਂ ਮੈਂ ਨਾ ਫਿਰ ਜਿਹੜਾ ਮਹਿਸੂਸ ਕੀਤਾ ਕਿ ਪੰਜਾਬੀ ਮਾਂ ਬੋਲੀ ਦੇ ਵਿੱਚ ਬੱਚਿਆਂ ਲਈ ਬਹੁਤ ਵਧੀਆ ਸਾਹਿਤ ਲਿਖਣਾ ਚਾਹੀਦਾ ਹੈ। ਤੇ ਮੈਂ ਨਾਲ ਦੀ ਨਾਲ ਕਵਿਤਾ ਵੀ ਲਿਖੀ, ਤੇ ਨਾਲ ਦੀ ਨਾਲ ਫਿਰ ਮੈਂ ਆਪਣੀਆਂ ਜਿਹੜੀਆਂ ਬਾਲ ਸਾਹਿਤ ਦੀਆਂ ਪੁਸਤਕਾਂ ਨੇ, ਲਗਭਗ ਮੇਰੀਆਂ ਪੁਸਤਕਾਂ ਦੇ ਹੁਣ ਤੱਕ ਗਿਣਤੀ ਕਰੀਏ ਲਗਭਗ 45 ਹੋ ਜਾਂਦੀਆਂ ਨੇ। ਤੇ ਮੈਂ ਮਹਿਸੂਸ ਕਰਿਆ, ਤੇ ਮੈਂ ਕਿਉਂਕਿ ਮੈਂ ਅਧਿਆਪਕ ਸੀ, ਇਸ ਕਰਕੇ ਮੈਨੂੰ ਆਪਣੇ ਪਿੰਡ ਨਾਲ, ਆਪਣੇ ਇਲਾਕੇ ਨਾਲ, ਆਪਣੇ ਬੱਚਿਆਂ ਨਾਲ ਬੜਾ ਪਿਆਰ ਰਿਹਾ। ਤੇ ਮੈਂ ਆਪਣੇ ਜਿੱਥੇ ਜਿੱਥੇ ਵੀ ਸਕੂਲਾਂ 'ਚ ਰਿਹਾ, ਬੱਚਿਆਂ ਨੂੰ ਬੜੀ ਪ੍ਰੇਰਨਾ ਦਿੱਤੀ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ। ਪੰਜਾਬੀ ਉਹਨਾਂ ਦੀ ਵਧੀਆ ਹੋਣੀ ਚਾਹੀਦੀ ਹੈ, ਸੁੰਦਰ ਲਿਖਤ ਹੋਣੀ ਚਾਹੀਦੀ ਹੈ, ਉਹਨਾਂ ਨੂੰ ਕਵਿਤਾ ਪੜ੍ਹਨੀ ਪੜ੍ਹਾਉਣੀ ਸਿਖਾਈ ਮੈਂ। ਤੇ ਇਸ ਤਰ੍ਹਾਂ ਮੇਰੀਆਂ ਜਿਹੜੀਆਂ ਪੁਸਤਕਾਂ ਨੇ ਬਾਲ ਸਾਹਿਤ ਦੀਆਂ, ਤਾਂ ਮੈਂ ਕੋਸ਼ਿਸ਼ ਕੀਤੀ ਇੱਕ ਤਾਂ ਕੁਛ ਮੈਂ ਨਰਸਰੀ ਗੀਤ ਲਿਖੇ ਨੇ। ਤੇ ਜਿਹੜੀ ਮੇਰੀ ਬਹੁਤ ਫਲਾਂ ਦੀ ਟੋਕਰੀ ਕਿਤਾਬ ਹੈ ਨਾ ਜੀ, ਉਹ ਦੁਨੀਆ ਭਰ ਦੇ ਮੇਰਾ ਖਿਆਲ ਹੈ ਕਿਸੇ ਭਾਸ਼ਾ ਦੇ ਵਿੱਚ ਜਿਸ ਉਮਰ ਲਈ ਮੈਂ 5-6 ਸਾਲ ਦੀ ਉਮਰ ਬੱਚਿਆਂ ਲਈ ਲਿਖੀ ਹੈ ਨਾ ਫਲਾਂ ਦੀ ਟੋਕਰੀ, ਉਹ ਨੈਸ਼ਨਲ ਬੁੱਕ ਟਰਸਟ ਆਫ ਇੰਡੀਆ ਨੇ ਸਭ ਤੋਂ ਵਧੀਆ ਕਿਤਾਬ ਡਿਕਲੇਅਰ ਕੀਤੀ ਸੀ। ਉਹ 'ਚ 25 ਫਲਾਂ ਦੇ ਬਾਰੇ ਬਹੁਤ ਨਿੱਕੀਆਂ ਨਿੱਕੀਆਂ ਕਵਿਤਾਵਾਂ ਨੇ, ਨਰਸਰੀ ਗੀਤ ਨੇ। ਤੇ ਭੀਮ ਹੁਲਾਰੇ ਨਰਸਰੀ ਗੀਤਾਂ ਦੀ ਕਿਤਾਬ ਹੈ। ਫਿਰ ਮੈਂ ਮਿਸਰੀ ਦੀਆਂ ਡਲੀਆਂ, ਇਹ ਹੁਣੇ ਮੇਰੀ ਕਿਤਾਬ ਛਪ ਰਹੀ ਹੈ। ਉਸ ਤੋਂ ਬਾਅਦ ਬਾਲ ਕਾਵਿ ਸੰਗ੍ਰਹਿ ਬਹੁਤ ਨੇ ਮੇਰੇ ਬੱਚਿਆਂ ਲਈ, ਮੈਂ ਕਹਾਣੀਆਂ ਵੀ ਲਿਖੀਆਂ ਨੇ। ਦੱਸੋ ਕਿੰਨੀਆਂ ਕੁ ਕਿਤਾਬਾਂ ਨੇ ਜਿਹੜੀਆਂ ਬਾਲ ਸਾਹਿਤ ਦੀਆਂ, ਕਿੰਨੀਆਂ ਪ੍ਰਮੁੱਖ ਕੋਈ ਕਿਤਾਬਾਂ ਦੇ ਨਾਮ? ਜਿਹੜੀਆਂ ਲਗਭਗ 45 ਕਿਤਾਬਾਂ ਮੈਂ ਤੁਹਾਨੂੰ ਦੱਸਿਆ, ਉਹਦੇ ਵਿੱਚ ਸੱਭਿਆਚਾਰਕ ਮੁਹਾਂਦਰੇ ਮੈਂ ਬੱਚਿਆਂ ਵਾਸਤੇ, ਤਾਂ ਕਿ ਬੱਚਿਆਂ ਨੂੰ ਆਪਣੇ ਸੱਭਿਆਚਾਰ ਬਾਰੇ ਪਤਾ ਲੱਗੇ। ਉਸ ਕਿਤਾਬ ਨੂੰ ਪੰਜਾਬ ਸਿੱਖਿਆ ਬੋਰਡ ਨੇ ਮੈਨੂੰ ਸਟੇਟ ਅਵਾਰਡ ਵੀ ਦਿੱਤਾ। ਫਿਰ ਕਵਿਤਾ ਦੀ ਸੀ ਮੇਰੀ ਕਿਤਾਬ ਮੇਰਾ ਦੀਵਾ, ਉਸ ਨੂੰ ਵੀ ਦਿੱਤਾ। ਇਸੇ ਤਰ੍ਹਾਂ ਫੁੱਲਾਂ ਵਾਲਾ ਘਰ ਮੇਰੀ ਕਿਤਾਬ ਸੀ, ਉਸ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਪੁਰਸਕਾਰ ਦਿੱਤਾ। ਫਿਰ ਬਾਲ ਝਰੋਖਾ, ਮੈਂ ਆਪਣੇ ਬਚਪਨ ਦੀਆਂ ਯਾਦਾਂ ਲਿਖੀਆਂ ਨੇ, ਉਸ ਕਿਤਾਬ ਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਬਾਲ ਸਾਹਿਤ ਪੁਰਸਕਾਰ ਦਿੰਦੇ ਨੇ ਭਾਸ਼ਾ ਵਿਭਾਗ ਵਾਲੇ। ਉਹ ਕਿਤਾਬ ਨੂੰ ਵੀ ਮੇਰੀ ਨੂੰ ਬਾਲ ਝਰੋਖੇ ਦੀ ਜਿਹੜੀ ਵਾਰਤਕ ਦੀ ਕਿਤਾਬ ਹੈ, ਉਸ ਨੂੰ ਵੀ ਪੁਰਸਕਾਰ ਮਿਲਿਆ। ਇਸ ਤਰ੍ਹਾਂ ਚਾਨਣ ਦੀ ਟਹਿਣੀ ਨੂੰ ਵੀ ਪੁਰਸਕਾਰ ਮਿਲਿਆ। ਇਸੇ ਤਰ੍ਹਾਂ ਮੈਂ 2 ਜੀਵਨੀ ਵੀ ਲਿਖੀਆਂ, ਮਹਾਤਮਾ ਗਾਂਧੀ ਦੀ ਜੀਵਨੀ ਲਿਖੀ ਹੈ, ਜਵਾਹਰ ਲਾਲ ਨਹਿਰੂ ਦੀ ਜੀਵਨੀ ਦੀ, ਜਿਹੜੀ ਕਿ ਦੋਵੇਂ ਕਿਤਾਬਾਂ ਮੇਰੀਆਂ ਭਾਸ਼ਾ ਵਿਭਾਗ ਪੰਜਾਬ ਨੇ ਛਾਪੀਆਂ ਨੇ। ਤੇ ਇੱਕ ਮੇਰੀ ਕਿਤਾਬ ਹੈ ਧਰਤੀ ਦੇ ਰੰਗ। ਧਰਤੀ ਬਾਰੇ ਮੈਂ ਕਵਿਤਾ ਦੇ ਵਿੱਚ ਮਨੋਵਿਗਿਆਨਕ ਢੰਗ ਨਾਲ ਬੱਚਿਆਂ ਨੂੰ ਦੱਸਿਆ ਕਿ ਧਰਤੀ ਕਿਵੇਂ ਬਣੀ, ਜੀਵ ਜੰਤੂ ਕਿਵੇਂ, ਤੇ ਦਰਿਆ ਪਹਾੜ, ਸਾਰੀ ਜਿਹੜੀ ਪ੍ਰਕਿਰਤੀ ਹੈ। ਉਹ ਕਿਤਾਬ ਵੀ ਮੇਰੀ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੋਰਡ ਨੇ ਛਾਪੀ। ਇਸੇ ਤਰ੍ਹਾਂ ਮੈਂ ਸੋਚਿਆ ਕਿ ਜਿਹੜੀ ਹਵਾ ਹੈ ਇਹ ਸ਼ੁੱਧ ਹਵਾ ਹੋਣੀ ਚਾਹੀਦੀ, ਜਿਹਦੇ ਬਾਰੇ ਆਪਾਂ ਪ੍ਰਦੂਸ਼ਣ ਬਾਰੇ ਬੜੇ ਸਾਰੇ ਫਿਕਰਮੰਦ। ਦਾਊ ਸਾਹਿਬ, ਪੰਜਾਬੀ ਕਵਿਤਾ ਲਿਖਣ ਤੋਂ ਬਾਅਦ ਪੰਜਾਬੀ ਬਾਲ ਸਾਹਿਤ ਲਿਖਣ ਲਈ ਕਿਵੇਂ ਦਿਲਚਸਪੀ ਵਧੀ ਤੁਹਾਡੀ? ਅਸਲ ਵਿੱਚ ਬਾਲ ਸਾਹਿਤ ਲਿਖਣ ਦਾ ਜਿਹੜਾ ਮੇਰਾ ਮਕਸਦ ਸੀ ਉਹ ਇਹ ਸੀ ਕਿ ਮੈਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਵਧੀਆ ਬਾਲ ਸਾਹਿਤ ਬੱਚਿਆਂ ਨੂੰ ਦੇ ਸਕਾਂ। ਤੇ ਇਸ ਲਈ ਮੈਂ ਸ਼ੁਰੂ ਤੋਂ ਇਹ ਮਹਿਸੂਸ ਕਰਿਆ ਸੀਗਾ, ਜਦੋਂ ਮੈਂ ਆਪ ਮੁਕਤ ਪੜ੍ਹਦਾ ਹੁੰਦਾ ਸੀ ਉਦੋਂ ਮੈਂ ਮਹਿਸੂਸ ਕਰਦਾ ਸੀਗਾ ਜੀ। ਤੇ ਮੈਂ ਕੋਸ਼ਿਸ਼ ਕੀਤੀ ਕਿ ਜਿਹੜੇ ਪੰਜਾਬ ਦੇ ਬੱਚੇ ਨੇ ਸਾਡੇ, ਉਹਨਾਂ ਨੂੰ ਆਪਣੇ ਸੱਭਿਆਚਾਰ ਨਾਲ, ਆਪਣੇ ਪ੍ਰਕਿਰਤੀ ਨਾਲ, ਕੁਦਰਤ ਨਾਲ, ਆਪਣੇ ਇਤਿਹਾਸ ਨਾਲ, ਵਿਰਾਸਤ ਨਾਲ, ਸਾਰਿਆਂ ਨਾਲ ਜੋੜਿਆ ਜਾਵੇ। ਇਸ ਤਰ੍ਹਾਂ ਨਾਲ ਮੇਰੀ ਜਿਹੜੀ ਪਹਿਲੀ ਪੁਸਤਕ ਸੀਗਾ ਪੰਛੀਆਂ ਦੇ ਗੀਤ, ਮੈਂ ਪੰਛੀਆਂ ਦੇ ਬਾਰੇ ਉਹ ਕਵਿਤਾਵਾਂ ਲਿਖੀਆਂ, ਜਾਣਕਾਰੀ ਦਿੱਤੀ। ਫਲਾਂ ਦੀ ਟੋਕਰੀ ਮੈਂ ਲਿਖੀ, ਫਲਾਂ ਦੇ ਉੱਤੇ 25 ਜਿਹੜੇ ਨਰਸਰੀ ਗੀਤ ਨੇ, ਬੜੀ ਮਸ਼ਹੂਰ ਹੋਈ, ਉਹ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੋਰਡ ਨੇ ਛਾਪੀ। ਇਸੇ ਤਰ੍ਹਾਂ ਧਰਤੀ ਦੇ ਰੰਗ, ਧਰਤੀ ਦੇ ਬਾਰੇ ਮੈਂ ਕਵਿਤਾ ਦੇ ਵਿੱਚ ਬੱਚਿਆਂ ਨੂੰ ਜਿਹੜੀ ਵਿਗਿਆਨਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਰੁੱਖਾਂ ਬਾਰੇ ਬੜਾ ਭੁੱਲਿਆ, ਰੁੱਖਾਂ ਦਾ ਖਜ਼ਾਨਾ ਇੱਕ ਮੇਰੀ ਕਿਤਾਬ ਸੀਗੀ, ਉਹਦੇ ਵਿੱਚ ਰੁੱਖਾਂ ਦੇ ਬਾਰੇ ਨਜ਼ਮਾਂ ਸਨ। ਫਿਰ ਰੁੱਖਾਂ ਨਾਲ ਦੋਸਤੀ ਮੇਰੀ ਵਾਰਤਕ ਦੀ ਕਿਤਾਬ ਹੈ, ਜਿਹਦੇ ਵਿੱਚ ਮੈਂ ਰੁੱਖਾਂ ਦੇ ਬਾਰੇ ਬਹੁਤ ਖੋਜ ਭਰਪੂਰ ਦਿਲਚਸਪੀ ਨਾਲ ਬੱਚਿਆਂ ਨੂੰ ਰੁੱਖਾਂ ਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਮੇਰੀ ਕਿਤਾਬ ਹੈ ਫੁੱਲਾਂ ਦਾ ਭੰਗੂੜਾ। ਦੇਖੋ, ਫੁੱਲ ਜਿਹੜੇ ਨੇ, ਫੁੱਲਰ ਬੱਚੇ ਮੈਨੂੰ ਬਹੁਤ ਪਿਆਰੇ ਲੱਗਦੇ ਨੇ।
ਜੀ ਜਿਸ ਕਰਕੇ ਫੁੱਲਾਂ ਦੇ ਬਾਰੇ ਮੈਂ ਨਜ਼ਮਾਂ ਲਿਖੀਆਂ ਨੇ, ਉਹ ਬੜੀ ਪਸੰਦ ਕੀਤੀਆਂ ਗਈਆਂ। ਫਿਰ ਮੈਂ ਮਹਿਸੂਸ ਕੀਤਾ ਕਿ ਬੱਚਿਆਂ ਨੂੰ ਆਪਣੇ ਵਿਰਸੇ ਵਿਰਾਸਤ ਨਾਲ ਵੀ ਜੋੜਿਆ ਜਾਵੇ। ਜੀ ਗਾਥਾ ਗੜੀ ਚਮਕੌਰ ਜਿਹੜੀ ਕਵਿਤਾ 'ਚ ਜਿਹੜੇ ਸਾਕਾ ਹੈਗਾ ਹੂੰ ਚਮਕੌਰ ਸਾਹਿਬ ਦਾ ਵੱਡਾ, ਉਹਦੇ ਬਾਰੇ ਵੀ ਲਿਖਿਆ। ਫਿਰ ਮੈਂ ਮਹਿਸੂਸ ਕੀਤਾ ਕਿ ਬੱਚਿਆਂ ਨੂੰ ਜਿਹੜੀ ਹਿੰਦੁਸਤਾਨ ਦੀ ਆਜ਼ਾਦੀ ਦੀ ਵਾਰ ਜਿਹੜੀ ਹੈ, ਉਹ ਵੀ ਮੈਂ ਕਵਿਤਾ ਦੇ ਵਿੱਚ ਬੱਚਿਆਂ ਨੂੰ 1857 ਤੋਂ ਲੈ ਕੇ ਝੰਡਾ ਚਲਾਉਣ ਤੱਕ ਲਾਲ ਕਿਲੇ, ਇਹ ਸਾਰਾ ਜਿਹੜਾ ਵਰਤਾਂਤ ਹੈ ਕਵਿਤਾ ਦੇ ਵਿੱਚ ਲਿਖਿਆ ਹੈ। ਦੋ ਜੀ। ਮੈਂ ਜੀਵਨੀ ਵੀ ਲਿਖਿਆ ਨੇ, ਮਹਾਤਮਾ ਗਾਂਧੀ ਬਾਰੇ ਤੇ ਜਵਾਹਰ ਲਾਲ ਨਹਿਰੂ ਬਾਰੇ। ਵਾਹ ਜੀ ਵਾਹ। ਇਸੇ ਤਰ੍ਹਾਂ ਮੈਂ 7 ਵਿਲੱਖਣ ਸ਼ਖਸੀਅਤਾਂ ਚੁਣੀਆਂ ਨੇ ਜਿਨ੍ਹਾਂ ਬਾਰੇ ਬੱਚਿਆਂ ਨੂੰ ਪਤਾ ਲੱਗੇ। ਜੀ ਬਾਲ ਕਹਾਣੀਆਂ ਜਿਹੜੀਆਂ ਨੇ, ਕਿਰਲੀ ਤੇ ਤਿਤਲੀ ਮੇਰੀ ਸੀਗੀ, ਉਹਦੇ ਵਿੱਚ ਮੈਨੂੰ ਪੰਜਾਬ ਸਾਹਿਤ ਅਕੈਡਮੀ ਲੁਧਿਆਣੇ ਨੇ ਪੁਰਸਕਾਰ ਦਿੱਤਾ। ਹੂੰ ਬੋਲਾਂ ਦੇ ਖੰਭ ਕਿਤਾਬ ਮੇਰੀ ਹੈ, 12 ਮੁੱਠੀਆਂ ਕਿਤਾਬ ਹੈਗੀ। ਮੈਂ ਇਸੇ ਉਹੀ ਤਰ੍ਹਾਂ- ਸਵਾਲ ਤੁਹਾਨੂੰ ਕਰਨਾ ਸੀਗਾ ਵੀ ਪ੍ਰਮੁੱਖ ਜਿਹੜੀਆਂ ਕਿਤਾਬਾਂ ਨੇ ਤੁਹਾਡੀ, ਉਹਨਾਂ ਦੇ ਨਾਮ ਕੁਝ ਜਿਹੜੇ। ਹਾਂ, ਉਹਦੇ ਵਿੱਚ ਉਹੀ ਦੱਸ ਰਿਹਾ ਕਿ ਮੈਂ 22 ਬਾਲ ਕਹਾਣੀਆਂ, ਇਹ ਇੱਕ ਮੇਰੀ ਕਿਤਾਬ ਹੈ 22 ਬਾਲ, ਬਹੁਤ ਨਿੱਕੀ ਨਿੱਕੀਆਂ ਉਹਨਾਂ ਦੇ ਵਿੱਚ ਬਾਲ ਕਹਾਣੀਆਂ ਜਿਹੜੀਆਂ ਕਿ ਬੱਚੇ ਦੀ ਜਿਹੜੀ ਮਾਸੂਮੀਅਤ ਹੈ, ਬੱਚੇ ਦੀ ਜਿਹੜੀ ਸੋਚਣ ਸ਼ਕਤੀ ਹੈ, ਕਲਪਨਾ ਉਡਾਰੀ ਹੈ, ਤਾਂ ਉਹਨਾਂ ਦੇ ਜਜ਼ਬਾਤ ਨੇ। ਜੀ ਇਸ ਤਰ੍ਹਾਂ ਮੇਰੀਆਂ ਲਗਭਗ 45 ਕਿਤਾਬਾਂ ਬਾਲ ਸਾਹਿਤ ਦੀਆਂ ਹੋ ਜਾਂਦੀਆਂ ਨੇ, ਵਾਹ ਜਿਹਨਾਂ ਜੀ। ਉੱਤੇ ਮੈਨੂੰ ਪੁਰਸਕਾਰ ਵੀ ਮਿਲੇ ਨੇ। ਜੀ। ਤੇ ਇਸ ਕਰਕੇ ਮੈਂ ਮਹਿਸੂਸ ਵੀ ਮੇਰੀਆਂ 9-10 ਕਿਤਾਬਾਂ ਜਿਹੜੀਆਂ ਨੇ ਨਾ, ਲੋਕ ਗੀਤ ਪ੍ਰਕਾਸ਼ਨ ਵਾਲਾ ਬੱਚਿਆਂ ਵਾਲੀਆਂ ਛਾਪ ਰਿਹਾ। ਜੀ ਸੋ ਬਾਲ ਸਾਹਿਤ ਦਾ ਤਾਂ ਇੰਨਾ ਕੁ ਮੇਰਾ ਜਿਹੜਾ ਕੰਮ ਹੈਗਾ 40-45 ਕਿਤਾਬਾਂ ਦਾ ਹੈਗਾ, ਤੇ ਬਹੁਤ ਸਲਾਹਿਆ ਗਿਆ। ਪ੍ਰੋਫੈਸਰ ਪ੍ਰੀਤਮ ਸਿੰਘ ਪਟਿਆਲੇ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਮੈਨੂੰ ਕਿਹਾ ਸੀ ਕਿ ਇਹ ਜਿਹੜਾ ਬਾਲ ਸਾਹਿਤ ਦਾ ਖੇਤਰ ਖਾਲੀ ਪਿਆ ਹੈ, ਕਿ ਡਾਕਟਰ ਸਾਹਿਬ ਤੁਹਾਡਾ ਇਹਦੇ 'ਤੇ ਪਕੜ ਚੰਗੀ ਹੈ, ਤੁਸੀਂ ਇਸ ਖੇਤਰ ਦੇ ਵਿੱਚ ਸਿਰੋਂ ਅਮੀਰ ਬਣਾਓ। ਹੂੰ ਮੈਂ ਆਪਣਾ ਇਹ ਅਖਲਾਕੀ ਫਰਜ਼ ਸਮਝਿਆ ਕਿ ਮੈਂ ਬਤੌਰ ਇੱਕ ਅਧਿਆਪਕ ਦੇ, ਬਤੌਰ ਇੱਕ ਲੇਖ ਦੇ, ਇਸ ਜਿਹੜਾ ਬਾਲ ਸਾਹਿਤ ਦਾ ਪਿੜ ਹੈ, ਉਸ ਨੂੰ ਜਿੰਨਾ ਕੁ ਮੈਂ ਅਮੀਰ ਕਰ ਸਕਦਾ ਉਹ ਅਮੀਰ ਕਰਨ ਦੀ ਮੈਂ ਕੋਸ਼ਿਸ਼ ਕੀਤੀ। ਤੇ ਦਾਊ ਸਾਹਿਬ, ਜਿਵੇਂ ਕਿ ਤੁਹਾਡਾ ਨਾ ਖਾਸ ਕਰਕੇ ਪੁਆਧ ਜਿਹੜਾ ਲੇਖਣੀ ਹੈ, ਪੁਆਧ ਦੇ ਖੇਤਰ ਦੇ ਵਿੱਚ ਇੱਕ ਵੱਡਾ ਨਾਮ ਹੈ ਤੁਹਾਡਾ, ਜੀ ਤੇ ਇਹਦੇ ਬਾਰੇ ਤੁਹਾਡਾ ਜਿਹੜਾ ਯੋਗਦਾਨ ਹੈ ਬਹੁਤ ਜ਼ਿਆਦਾ ਸਲਾਹਿਆ ਗਿਆ। ਜੀ। ਤੇ ਤੁਸੀਂ ਪੁਆਧ ਨੂੰ ਫਿਰ ਕਿੱਦਾਂ ਕਰਿਆ ਵੀ ਪੁਆਧ ਦੀ ਜਿਹੜੀ ਲੇਖਣੀ ਹੈ ਅਸਲ ਉਹ ਵਿੱਚ ਖਾਸ ਕਰਕੇ ਤੁਹਾਡੀ ਗੱਲ ਪਹਿਚਾਣ ਇਹ ਕਿੱਦਾਂ ਨਗਲੇ ਹੋਈ? ਵੀ ਸਬੱਬ ਜੋ ਗੱਲ ਹੋਈ ਹੈ ਕਿ ਡਾਕਟਰ ਨਿਰਮਲ ਸਿੰਘ ਲਾਂਬੜਾ ਵਾਲਿਆਂ ਨੇ ਨਾ ਜੀ ਸਾਰੇ ਪੰਜਾਬ ਦੇ ਵਿੱਚ ਸੱਥਾਂ ਜਿਹੜੀਆਂ ਉਹਨਾਂ ਨੂੰ ਸਥਾਪਿਤ ਕੀਤੀਆਂ। ਜੀ ਇਹ ਖੇਤਰ ਪੁਆਧ ਵਾਲਾ ਇੱਕ ਰਹਿੰਦਾ ਸੀਗਾ, ਜੀ। ਤੇ ਮੈਨੂੰ ਕਈ ਸਾਲ ਤੇ ਉਹ ਚਿੰਬੜੇ ਵੀ ਰਹੇ ਕਿ ਤੁਸੀਂ ਜ਼ਿੰਮੇਵਾਰੀ ਲਓ, ਜ਼ਿੰਮੇਵਾਰੀ ਲਓ। ਮੈਂ ਕਿਹਾ ਜੀ ਮੇਰੇ ਕੋਲ ਅਜੇ ਸਮਾਂ ਨਹੀਂ ਹੈਗਾ, ਮੈਂ ਉਹਨਾਂ ਨੂੰ ਨਾ ਨੁਕਰ ਕਰਦਾ ਰਿਹਾ। ਅਖੀਰ ਨੂੰ 5 ਸ਼ਖਸੀਅਤਾਂ, ਡਾਕਟਰ ਨਾਰ ਸਿੰਘ ਉਹਨਾਂ ਵਿੱਚ ਸੀਗਾ, ਜੀ ਉਹਨਾਂ ਨੇ ਮੇਰੇ ਘਰ ਇੱਥੇ ਮੋਹਾਲੀ ਆ ਕੇ ਮੈਨੂੰ ਕਹਿ ਕੇ ਅਸੀਂ ਤੇਰੇ ਗਲ 'ਚ ਅਸੀਂ ਹਾਰ ਪਾ ਰਹੇ ਹਾਂ, ਇਹ ਪੁਆਧੀ ਪੰਜਾਬੀ ਸੱਥ ਦੇ ਕੰਮ ਕਰ ਲਈ। ਅੱਛਾ ਜੀ। ਤੇ ਫਿਰ ਮੈਂ 2004 'ਚ ਹੂੰ ਨਗਲੀਆ ਜੀ ਗੱਲ ਉਹਨਾਂ ਦੀ ਮੈਂ ਮਹਿਸੂਸ ਕਰੀ ਕਿ ਮੈਨੂੰ ਚੁਣਿਆ ਗਿਆ ਕਿ ਤੁਸੀਂ ਇਸ ਕੰਮ 'ਚ ਯੋਗ ਸਮਝਿਆ, ਤੁਹਾਨੂੰ ਅਸੀਂ ਇਸ ਕਰਕੇ ਪੁਆਧ ਦੇ ਵਿੱਚ ਜੋ ਤੁਸੀਂ ਕੰਮ ਕਰਨਾ ਚਾਹੁੰਦੇ ਤੁਸੀਂ ਕਰੋ, ਤਾਂ ਕਿ ਇਹ ਜਿਹੜਾ ਖੇਤਰ ਹੁਣ ਸੀ ਅਣਗੌਲਿਆ ਪਿਆ ਸੀ, ਹੂੰ ਪਛੜਿਆ ਹੋਇਆ ਸੀ, ਇਸ ਨੂੰ ਤੁਸੀਂ ਜਗਮਗਾਓ। ਤੇ ਜੀ। 2004 'ਚ ਪੁਆਧੀ ਪੰਜਾਬੀ ਸੱਥ ਅਸੀਂ ਸੰਗਠਿਤ ਕੀਤੀ ਤੇ 2004 'ਚ ਅਸੀਂ ਪੁਰਸਕਾਰ ਦੇਣੇ ਸ਼ੁਰੂ ਕੀਤੇ। ਹੁਣ ਤੱਕ ਮੈਂ ਦੱਸਣਾ ਚਾਹੁੰਦਾ ਹਾਂ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਹੂੰ ਕਿ ਹੁਣ ਤੱਕ ਅਸੀਂ ਪੁਆਧ ਖੇਤਰ ਦੇ ਵਿੱਚ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਹੋਈਆਂ ਨੇ ਜਿਨ੍ਹਾਂ ਨੇ ਨਾਮਣਾ ਖੱਟਿਆ ਹੈ, ਜੀ ਉਹਨਾਂ ਨੂੰ ਅਸੀਂ 92 ਸ਼ਖਸੀਅਤਾਂ ਨੂੰ ਹੁਣ ਤੱਕ ਸਨਮਾਨਿਤ ਕਰ ਚੁੱਕੇ ਹਾਂ। ਵਾਹ ਤੇ ਅਸੀਂ ਆਪਣੇ ਪਿਤਾ ਜੀ ਦੇ ਨਾਂ ਤੇ ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ ਆਪਣੇ ਘਰੋਂ ਸ਼ੁਰੂ ਕੀਤਾ 2004 'ਚ। ਜੀ ਇਸੇ ਡਾਕਟਰ MS ਰੰਧਾਵਾ ਯਾਦਗਾਰੀ ਪੁਰਸਕਾਰ ਦਿੱਤਾ, ਬਾਬਾ ਬੰਦਾ ਸਿੰਘ ਬਹਾਦਰ ਪੁਰਸਕਾਰ ਦਿੱਤਾ, ਭਗਤ ਆਸਾ ਰਾਮ ਜੀ ਦੇ ਨਾਂ ਤੇ ਪੁਰਸਕਾਰ ਦਿੱਤਾ, ਗਿਆਨੀ ਦਿੱਤ ਸਿੰਘ ਜੀ ਦੇ ਨਾਂ ਤੇ ਪੁਰਸਕਾਰ ਦਿੱਤਾ। ਹੂੰ ਇਸੇ ਤਰ੍ਹਾਂ ਹੋਰ ਸਾਡੇ ਨਾਲ ਕੁਝ ਪਰਿਵਾਰ ਜੁੜ ਗਏ ਜਿਹੜੇ ਆਪਣੇ ਪਿਤਾ ਦੇ ਨਾਂ ਤੇ, ਆਪਣੀ ਮਾਤਾ ਦੇ ਨਾਂ ਤੇ, ਜਾਂ ਆਪਣੇ ਭਰਾ ਦੇ ਨਾਂ ਤੇ, ਜਾਂ ਆਪਣੇ ਕਿਸੇ ਬਜ਼ੁਰਗ ਦੇ ਨਾਂ ਤੇ ਉਹ ਪੁਰਸਕਾਰ ਅਸੀਂ ਪੁਆਧੀ ਸੱਥ ਵੱਲੋਂ ਦਿੱਤਾ ਜਾਂਦਾ। ਪਹਿਲੀ ਜਿਹੜੀ ਕਿਤਾਬ ਹੈ ਪੁਆਧ ਦਰਪਣ 2006 'ਚ, ਹੂੰ ਉਸ ਨੂੰ ਮੈਂ ਫੰਡਾਮੈਂਟਲ ਬੁੱਕ ਆਫ ਪੁਆਧ ਕਹਿੰਦਾ। ਜੀ ਉਸ ਕਿਤਾਬ ਨੂੰ ਦੇਖ ਕੇ ਦੂਜੀਆਂ ਸੱਥਾਂ ਨੇ ਵੀ ਕਿਹਾ ਕਿ ਅਸੀਂ ਵੀ ਆਪਣੇ ਜਿਹੜੇ ਖੇਤਰ ਹੈ ਉਹਨਾਂ ਦੇ ਵਿੱਚ ਅਸੀਂ ਕਿਤਾਬਾਂ ਛਾਪੀਏ। ਹੂੰ ਪੁਆਧ ਦਰਪਣ ਨੇ ਸਾਨੂੰ ਇੰਨਾ ਮਾਣ ਦਿੱਤਾ ਕਿ ਸਾਡੇ ਪਾਠਕਾਂ ਨੇ, ਯੂਨੀਵਰਸਿਟੀਆਂ ਨੇ ਉਸ ਦਾ ਬੜਾ ਨੋਟਿਸ ਲਿਆ, ਤੇ ਉਹਦੇ ਵਿੱਚ ਮੈਂ ਪੁਆਧ ਦੇ ਜਿਹੜੀ ਪ੍ਰਕਿਰਤੀ ਹੈ, ਪੁਆਧ ਦੇ ਜਿਹੜੇ ਨਦੀਆਂ ਨਾਲੇ ਨੇ, ਪੁਆਧ ਦੀ ਭਾਸ਼ਾ ਹੈ ਕਿ ਪੁਆਧ ਖੇਤਰ ਕਿੱਥੇ ਤੱਕ ਪਸਰਿਆ ਹੋਇਆ ਹੈ, ਪੁਆਧ ਦੀਆਂ ਪ੍ਰਮੁੱਖ ਜਿਹੜੀਆਂ ਯਾਦਗਾਰਾਂ ਕਿਹੜੀਆਂ ਨੇ, ਇਸ ਤਰ੍ਹਾਂ ਉਸ ਕਿਤਾਬ ਦੇ ਵਿੱਚ 2006 ਦੇ ਵਿੱਚ ਅਸੀਂ ਜਿਹੜੀ ਪੁਆਧ ਦਰਪਣ ਹੈ ਉਸ ਨੂੰ ਅਸੀਂ ਸੰਪਾਦਨਾ ਕਰਨ ਦੇ ਵਿੱਚ ਕਾਇਮ ਹੈ। ਉਸ ਤੋਂ ਬਾਅਦ 10 ਸਾਲ ਬਾਅਦ ਫਿਰ ਧਰਤ ਪੁਆਧ, ਹੂੰ ਉਸ ਦੇ ਕਾਫੀ ਚੈਪਟਰ ਵੱਡੇ ਨੇ, 300-400 ਸਫ਼ੇ ਦੀ ਕਿਤਾਬ ਹੈ। ਉਹਦੇ ਵਿੱਚ ਜਿਹੜੇ ਹੋਰ ਪੱਖ ਜਿਹੜੇ ਪੁਆਧ ਦੇ ਰਹਿ ਗਏ ਸਨ, ਪੁਆਧ ਦੇ ਮੇਲੇ, ਪੁਆਧ ਦੀਆਂ ਪ੍ਰਮੁੱਖ ਸ਼ਖਸੀਅਤਾਂ, ਪੁਆਧ ਦੀਆਂ ਯਾਦਗਾਰਾਂ, ਪੁਆਧੀ ਭਾਸ਼ਾ ਹੈ ਕਿ ਕਿੱਥੋਂ ਤੱਕ ਪਸਰੀ ਹੋਈ ਹੈ, ਇੱਥੇ ਦੇ ਰੁੱਖ ਬੂਟੇ, ਇੱਥੇ ਦੀ ਸੰਸਕ੍ਰਿਤੀ, ਇੱਥੇ ਦੇ ਮੇਲੇ,
ਬਹੁਤ ਕੁਝ ਜਿਹੜਾ ਇੱਥੇ ਦਾ ਪੌਦ ਦਾ ਸੱਭਿਆਚਾਰ ਸੰਸਕ੍ਰਿਤੀ ਜਿਹੜੀ ਉਸ ਨੂੰ ਅਸੀਂ ਧਰਤ ਪੌਦ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਮੇਰਾ ਪੌਦ ਪ੍ਰੋਫੈਸਰ ਕ੍ਰਿਸ਼ਨਪੁਰੀ ਜੀ ਸੀ, ਡਾਕਟਰ SS ਕ੍ਰਿਸ਼ਨਪੁਰੀ ਜੀ, ਉਹਨਾਂ ਦੀ ਕਿਤਾਬ ਮੈਂ ਸੰਪਾਦਨਾ ਕੀਤੀ। ਫਿਰ ਮੈਂ ਮਹਿਸੂਸ ਕੀਤਾ ਕਿ ਜਿਹੜੇ ਮੇਰੇ ਇਸ ਪੌਦ ਖੇਤਰ ਦੇ ਕੁਝ ਲੇਖਕ ਨੇ ਉਹਨਾਂ ਨੂੰ ਪ੍ਰੇਰਨਾ ਦੇਈ ਜਾਵੇ ਕਿ ਉਹ ਤੁਸੀਂ ਆਪਣੀ ਮਾਂ ਬੋਲੀ 'ਚ ਲਿਖੋ, ਪੌਦੀ ਭਾਸ਼ਾ 'ਚ। ਕਥਾ ਪੁਰਾਤਨ ਪੌਦ ਦੀ ਜਿਹੜੀ ਕਿਤਾਬ ਹੈ ਗਿਆਨੀ ਧਰਮ ਸਿੰਘ ਪੰਖਰ ਪਾੜਿਆਂ ਤੋਂ ਮੈਂ ਲਿਖਵਾਈ, ਅਤੇ ਉਹ ਜਿਹੜੀ ਭਾਸ਼ਾ ਲੋਕ ਬੋਲਦੇ ਨੇ ਘੱਗਰ ਦੇ ਕੋਲ ਦੇ, ਉਹਨਾਂ ਤੋਂ ਮੈਂ ਉਹ ਕਿਤਾਬ ਲਿਖਾਉਣ ਦਾ ਬੀੜਾ ਚੁਕਾਇਆ ਅਤੇ ਉਹ ਕਾਫੀ ਕਿਤਾਬ ਮਸ਼ਹੂਰ 2 ਐਡੀਸ਼ਨਾਂ ਉਹਦੀਆਂ ਛਪ ਚੁੱਕੀਆਂ। ਇਸੇ ਤਰ੍ਹਾਂ ਭੁਪਿੰਦਰ ਸਿੰਘ ਮਟੌਰੀਆ ਮੇਰਾ ਸ਼ਾਗਿਰਦ ਹੈ, ਪੁਆਧ ਕੇ ਘਰਾਟਾਂ ਦਾ ਆਟਾ, ਉਹਦੀ ਜਿਹੜੀ ਬੈਦਵਾਨੀ ਭਾਸ਼ਾ ਹੈ ਨਾ, ਉਹਦੇ ਵਿੱਚ ਅਸੀਂ ਉਹ ਕਿਤਾਬ ਲਿਖਾਈ। ਇਸੇ ਤਰ੍ਹਾਂ ਪੁਆਧ ਦੀ ਮਿੱਟੀ ਦਾ ਕ੍ਰਿਸ਼ਮਾ, ਇਹ ਮੇਰੀ ਜਿਹੜੀ ਘਰਵਾਲੀ ਦਲਜੀਤ ਕੌਰ ਦਾਊਂ, ਕਿ ਜਿਹੜਾ ਅਨੰਦਪੁਰ ਸਾਹਿਬ ਹੈ, ਜਦੋਂ ਇੱਥੇ ਗੁਰੂ ਸਾਹਿਬ ਆਏ, ਗੁਰੂ ਤੇਗ ਬਹਾਦਰ ਜੀ ਆਏ, ਅਤੇ ਇੱਥੇ ਜਿਹੜੇ ਸਿੱਖ ਧਰਮ ਨਾਲ ਜੋ ਇੱਥੇ ਵਾਪਰਿਆ ਬੜਾ ਇਤਿਹਾਸ ਹੈ ਅਨੰਦਪੁਰ ਸਾਹਿਬ ਦਾ। ਅਤੇ ਇੱਥੇ ਦੇਖੋ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਕਰਨ ਜਾਂਦੇ ਨੇ ਦਿੱਲੀ, ਇੱਥੇ ਖਾਲਸਾ ਪੰਥ ਦੀ ਸਿਰਜਣਾ ਹੁੰਦੀ ਹੈ, ਇੱਕ ਤਖਤ ਇੱਥੇ ਬਣਦਾ। ਇੱਥੇ ਜਿਹੜਾ ਕੁਛ ਵਾਪਰਿਆ ਉਸ ਤੋਂ ਬਾਅਦ ਸਾਰਾ ਜਿਹੜਾ ਚੱਪੜ ਜਿਹੜੀ ਜੰਗ ਹੈ, ਅਤੇ ਸਰਹੰਦ ਦਾ ਸਾਕਾ ਹੈ, ਚਮਕੌਰ ਸਾਹਿਬ ਦੀ ਲੜਾਈ ਹੈ, ਜਾਂ ਹੋਰ ਗੁਰੂ ਸਾਹਿਬਾਨ ਨੇ ਜਿਹੜਾ ਇਸ ਪੌਦ ਦੇ ਖੇਤਰ ਦੇ ਵਿੱਚ ਆਪਣੀ ਕਾਰਜਸ਼ੈਲੀ ਨਿਭਾਈ ਹੈ, ਉਹ ਕਿਤਾਬ ਦੇ ਵਿੱਚ ਪੌਦ ਦੀ ਮਿੱਟੀ ਦਾ ਕ੍ਰਿਸ਼ਮਾ ਜਿਹੜੀ ਹੈ ਉਹ ਸਾਰਾ ਅਸੀਂ ਉਹ ਇਤਿਹਾਸ ਨੂੰ ਸਮਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਮੈਂ ਕੋਸ਼ਿਸ਼ ਕੀਤੀ ਕਿ ਪੌਦ ਤੇ ਪੌਦ ਦੇ ਲੇਖਕਾਂ 'ਤੇ ਹੋਇਆ ਖੋਜ ਕਾਰਜ ਸੰਦਰਭ ਕੋਸ਼, ਜਿਹੜਾ ਕਿ ਅਸੀਂ ਸੋਚਿਆ ਕਿ ਜਿੰਨਾ ਕੰਮ ਹੁਣ ਪੌਦ ਦੇ ਬਾਰੇ ਜਾਂ ਪੌਦੀ ਭਾਸ਼ਾ ਬਾਰੇ ਹੋ ਚੁੱਕਿਆ ਹੈ, MPhil ਜਾਂ PhD ਤੱਕ ਦਾ ਯੂਨੀਵਰਸਿਟੀਆਂ ਦੇ ਵਿੱਚ, ਲੁਧਿਆਣਾ ਯੂਨੀਵਰਸਿਟੀ 'ਚ ਹੋਇਆ ਹੈ, ਜਾਂ ਪਟਿਆਲਾ ਯੂਨੀਵਰਸਿਟੀ 'ਚ ਹੋਇਆ, ਜਾਂ ਚੰਡੀਗੜ੍ਹ 'ਚ ਇੱਥੋਂ ਤੱਕ ਕੁਰੂਕਸ਼ੇਤਰ ਯੂਨੀਵਰਸਿਟੀ, ਅਤੇ ਉਹ ਸਾਰਾ ਜਿਹੜਾ ਖੋਜ ਕਾਰਜ ਹੁਣ ਤੱਕ ਹੋਇਆ ਹੈ ਪੌਦ ਬਾਰੇ, ਪੌਦੀ ਭਾਸ਼ਾ ਬਾਰੇ, ਜਾਂ ਕਿਸੇ ਵੀ ਪ੍ਰਸੰਗ ਦੇ ਵਿੱਚ ਪੌਦ ਦੇ ਬਾਰੇ, ਉਹ ਸੰਦਰਭ ਕੋਸ਼ ਵੀ ਮੈਂ ਪਿਛਲੇ ਸਾਲ ਤਿਆਰ ਕੀਤਾ ਹੈ। ਇਸੇ ਤਰ੍ਹਾਂ ਅਸੀਂ ਮਹਿਸੂਸ ਕਰਿਆ ਕਿ ਜਿਹੜੀ ਪੌਦੀ ਭਾਸ਼ਾ ਇਹਨੂੰ ਵਿਆਕਰਨ ਦੇ ਤੌਰ 'ਤੇ ਪੌਦੀ ਦੀ ਉਪਭਾਸ਼ਾ ਦਾ ਵਿਆਕਰਨ, ਇਹ ਵੀ ਅਸੀਂ ਪ੍ਰੋਫੈਸਰ ਹਰਸਿਮਰਨ ਕੌਰ ਤੋਂ ਅਸੀਂ ਇੱਕ ਕਿਤਾਬ ਤਿਆਰ ਕਰਾਈ ਹੈ, ਪੌਦੀ ਉਪਭਾਸ਼ਾ ਦਾ ਵਿਆਕਰਨ। ਤਾਂ ਕੋਈ ਯੂਨੀਵਰਸਿਟੀ ਲੈਵਲ 'ਤੇ ਇੱਦਾਂ ਦੇ ਕੰਮ ਜਿਹੜੇ ਹੋਣੇ ਨੇ ਆਪਣੇ ਨਗਰੀਏ 'ਚ ਬੜੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਪੌਦ ਬਾਰੇ ਤਾਂ ਪੌਦੀ ਭਾਸ਼ਾ ਬਾਰੇ ਜਿਹੜਾ ਹੁਣ ਨੋਟਸ ਲਿਆ ਜਾ ਰਿਹਾ ਹੈ। ਇਸੇ ਕਰਕੇ ਹੋਇਆ ਜੀ ਅਸੀਂ 2004 ਤੋਂ ਇਹ ਪੌਦੀ ਸੱਥ ਬਣਾ ਕੇ ਕਾਰਜਸ਼ੀਲ ਹੋਏ ਨੇ। ਅਤੇ ਇਸੇ ਤਰ੍ਹਾਂ ਮੈਂ ਮਹਿਸੂਸ ਕਰਿਆ ਕਿ ਜਿਹੜੀ ਚੰਡੀਗੜ੍ਹ ਵਸਿਆ ਹੈ, ਅਤੇ 1950 ਦੇ ਵਿੱਚ ਉਜਾੜਾ ਸ਼ੁਰੂ ਹੋਇਆ, ਅਤੇ ਦੂਜਾ ਉਜਾੜਾ 1960 'ਚ ਹੋਇਆ ਸੀ। ਅਤੇ ਮੈਂ ਇਹ ਮਹਿਸੂਸ ਕਰਦਾ ਸੀ ਕਿ ਮੈਂ ਇਸ ਇਲਾਕੇ ਦਾ ਲੇਖਕ ਹਾਂ, ਅਤੇ ਮੇਰਾ ਫਰਜ਼ ਬਣਦਾ ਹੈ ਕਿ ਚੰਡੀਗੜ੍ਹ ਤਾਂ ਵਸ ਗਿਆ, ਪਰ ਚੰਡੀਗੜ੍ਹ ਵਸਿਆ ਕਿਵੇਂ, ਇੱਥੇ ਜਿਹੜੇ ਪਿੰਡ ਢਹਿ ਢੇਰੀ ਕੀਤੇ ਗਏ ਨੇ ਉਹਨਾਂ ਬਾਰੇ ਕੌਣ ਗੱਲ ਕਰੇਗਾ। ਮੇਰੇ ਅੰਦਰ ਬੜੀ ਤੜਪ ਸੀ ਇਹ, ਅਤੇ ਮੈਂ ਆਪਣਾ ਫਰਜ਼ ਵੀ ਮਹਿਸੂਸ ਕਰਦਾ ਸੀਗਾ, ਅਤੇ ਮੈਂ ਇਸ ਦੇ ਬਾਰੇ ਕੰਮ ਕਰਨਾ ਸ਼ੁਰੂ ਕੀਤਾ। ਜਿਹੜੇ ਪਿੰਡ ਢਹਿ ਢੇਰੀ ਹੋ ਗਏ ਨੇ, ਪਹਿਲੇ ਜਦੋਂ ਉਜਾੜਾ ਹੋਇਆ ਨਾ 1950 'ਚ, ਉਦੋਂ 17 ਪਿੰਡ ਢਹਿ ਢੇਰੀ ਕੀਤੇ ਗਏ ਨੇ, ਅਤੇ ਜਦੋਂ 1960 ਦਾ ਉਜਾੜਾ ਫਿਰ 11 ਪਿੰਡ, 28 ਪਿੰਡ ਸੀਗੇ। ਮੇਰੇ ਲਈ ਇਹ ਇੱਕ ਚੈਲੰਜ ਵੀ ਸੀ ਕਿ ਮੈਂ ਜਿਹੜੇ ਇੱਥੋਂ ਦੇ ਲੋਕ ਜਿਹੜੇ ਗਏ, ਕਿੱਥੇ ਗਏ, ਕਿਵੇਂ ਗਏ, ਕਿੱਥੇ ਵਸ ਰਹੇ ਨੇ, ਮੈਨੂੰ ਉਹ ਬੰਦੇ ਚਾਹੀਦੇ ਜਿਹੜੇ ਉਸ ਵੇਲੇ ਆਪਣੇ ਪਿੰਡ ਦੀ ਕਥਾ ਢਹਿ ਢੇਰੀ ਹੋ ਰਹੀ ਸੀ ਸੁਣਾ ਸਕਣ। ਚੰਡੀਗੜ੍ਹ ਲੋਕ ਕਿਤੇ ਪੌਦੀ ਪਿੰਡ, ਮੈਂ ਫਿਰ ਉਹ ਕਿਤਾਬ ਜਿਹੜੀ ਹੈ ਉਹ ਲਿਖੀ। ਉਹ ਮੇਰੇ ਸਾਰੇ ਆਰਟੀਕਲ ਪੰਜਾਬੀ ਟ੍ਰਿਬਿਊਨ ਨੇ ਬੜੀ ਸ਼ਿੱਦਤ ਦੇ ਨਾਲ, ਬੜੇ ਪ੍ਰੇਮ ਦੇ ਨਾਲ ਮੇਰੇ ਤੋਂ ਮੰਗ ਕੇ ਉਹ ਹਰ ਹਫ਼ਤੇ ਲਾਉਂਦੇ ਰਹੇ, ਅਤੇ ਪਾਠਕਾਂ ਵੱਲੋਂ ਵੀ ਮੰਗ ਆਉਂਦੀ ਰਹੀ ਕਿ ਸਾਰੇ ਜਿਹੜੇ ਲੇਖ ਤੁਸੀਂ ਲਿਖੇ ਨੇ ਉਜੜ ਚੁੱਕੇ, ਜੋ ਉਜਾੜੇ ਗਏ ਪਿੰਡਾਂ ਦੇ ਬਾਰੇ, ਇਹਨੂੰ ਪੁਸਤਕ ਰੂਪ ਦਿੱਤਾ ਜਾਵੇ। ਅਤੇ ਉਹ ਫਿਰ ਕਿਤਾਬ ਜਿਹੜੀ ਹੈ ਮੈਂ ਚੰਡੀਗੜ੍ਹ ਲੋਕ ਕਿੱਤੇ ਪੌਦੀ ਪਿੰਡ, ਉਹਦੇ ਵਿੱਚ ਮੈਂ 137 ਫੋਟੋਆਂ ਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹਨਾਂ ਇਕੱਲੇ ਪਿੰਡ ਬਾਰੇ ਮੈਂ ਚਾਹੁੰਦਾ ਕਿ ਇਕੱਲੇ ਪਿੰਡ ਬਾਰੇ ਕੋਈ ਕਿਤਾਬ ਲਿਖੇ, ਕਿਉਂਕਿ ਇਸ ਖੇਤਰ ਦਾ ਜਿਹੜਾ ਰੋਲ ਹੈ ਨਾ ਚੰਡੀਗੜ੍ਹ ਵਸਾਉਣ ਲਈ, ਦੇਖੋ ਜਦੋਂ ਪੰਜਾਬ ਦੀ ਵੰਡ ਹੋਈ ਹੈ, ਆਜ਼ਾਦੀ ਮਿਲੀ ਹੈ, ਤਾਂ ਇੱਕ ਵਾਰ ਤਾਂ ਪਾਕਿਸਤਾਨ ਵੰਡ ਕਰਕੇ ਚੜ੍ਹਦਾ ਤੇ ਲਹਿੰਦਾ ਪੰਜਾਬ ਹੋਇਆ, ਬਿਲਕੁਲ, ਅਤੇ ਉਸ ਦਾ ਦੁਖਾਂਤ ਤਾਂ ਲੋਕਾਂ ਨੇ ਭੋਗਿਆ ਹੀ ਹੈਗਾ, ਇੱਧਰੋਂ ਵੀ ਬੰਦੇ ਗਏ ਉੱਧਰੋਂ। ਦੂਸਰਾ ਜਿਹੜਾ ਦੁਖਾਂਤ ਹੋਇਆ ਜਦੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਈ ਗਈ, ਜਦ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਨਹੀਂ ਗਿਆ ਹੈਗਾ, ਅਤੇ ਉਹ ਫਿਰ ਉਜਾੜਾ ਹੋਇਆ। ਹੁਣ ਕੰਪਨੀਆਂ ਫਿਰ ਉਜਾੜ ਰਹੀਆਂ ਪੌਦ ਖੇਤਰ ਦੇ ਪਿੰਡਾਂ ਨੂੰ, ਅਤੇ ਸਾਡਾ ਜਿਹੜਾ ਇਹ ਪੌਦ ਖੇਤਰ ਹੈ ਇਹ 3 ਵਾਰ ਜਿਹੜਾ ਹੈ ਉਜੜ ਰਿਹਾ, ਤਕਸੀਮ ਦਰ ਤਕਸੀਮ ਹੋ ਰਿਹਾ। ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇਸ ਪੌਦ ਦੀ ਮਿੱਟੀ ਨੂੰ ਮੇਰਾ ਖਿਆਲ ਹੈ ਕੋਈ ਇਹੋ ਜਿਹੀ ਵਾਰ ਮਿਲਿਆ ਕਿ ਉਜੜਨਾ ਅਤੇ ਉਜੜਨਾ ਮੁੜ ਕੇ ਵਸਣਾ।
ਸੋ ਮੈਨੂੰ ਇਸ ਕਰਕੇ ਅਸੀਂ ਇਹ ਜਿਹੜਾ ਪੁਆਧ ਦਾ ਖੇਤਰ ਹੈ, ਇਹਦੀ ਮਾਂ ਬੋਲੀ, ਇੱਥੇ ਦੀ ਸੰਸਕ੍ਰਿਤੀ, ਇੱਥੋਂ ਦੇ ਰਸਮ ਰਿਵਾਜ, ਇੱਥੇ ਦੀ ਪ੍ਰਕਿਰਤੀ, ਇੱਥੋਂ ਦੇ ਨਦੀਆਂ ਨਾਲੇ, ਇੱਥੇ ਦੇ ਮੇਲੇ, ਇੱਥੋਂ ਦੇ ਹੋਰ ਜੋ ਸੱਭਿਆਚਾਰ ਨਾਲ ਸੰਬੰਧਿਤ ਗੱਲਾਂ ਨੇ, ਉਹਨਾਂ ਨੂੰ ਅਸੀਂ ਸੰਭਾਲਣ ਦੀ ਨਗਲੀਆ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਜਿਹੜਾ ਖੇਤਰ ਜਿੱਥੇ ਚੰਡੀਗੜ੍ਹ ਵਸਿਆ ਹੈ, ਇਹ ਕਿਹੋ ਜਿਹੀ ਸੰਸਕ੍ਰਿਤੀ ਦੀ। ਮੈਂ ਕਈ ਵਾਰ ਕਿਹਾ ਕਿ ਜਦੋਂ ਅਸੀਂ ਹੁਣ ਇਤਿਹਾਸ ਪੜ੍ਹਦੇ ਹਾਂ, ਸਿੰਧ ਘਾਟੀ ਦੀ ਸਭਿਅਤਾ ਪੜ੍ਹਦੇ ਆ, ਜਾਂ ਇੱਥੇ ਸੰਘੋਲ ਹੈਗਾ, ਉੱਥੇ ਅਸੀਂ ਠਿਕਰੀਆਂ ਇਕੱਠੀਆਂ ਕਰਕੇ ਦੱਸਦੇ ਵੀ ਇੱਥੇ ਇੱਦਾਂ ਹੁੰਦਾ। ਮੈਂ ਕਿਹਾ ਵੀ ਇਹ ਜਿਹੜਾ ਸਾਡਾ ਪੁਆਧ ਖੇਤਰ ਹੈ ਜਿੱਥੇ ਚੰਡੀਗੜ੍ਹ ਵਸਾਇਆ ਗਿਆ ਹੈ, ਤੇ ਇਸ ਦੇ ਬਾਰੇ ਅਸੀਂ ਜੇ ਇਸ ਦੇ ਇਤਿਹਾਸ ਨੂੰ, ਇਸ ਸੱਭਿਆਚਾਰ ਨੂੰ ਨਾ ਸੰਭਾਲਿਆ ਤਾਂ ਫਿਰ ਇਹ ਗੱਲ ਬੜੀ ਮਾੜੀ ਹੋਏਗੀ। ਤੇ ਮੈਂ ਹੁਣ ਵੀ ਇਹ ਯਤਨ ਕਰ ਰਿਹਾ, ਤੇ ਸਰਕਾਰਾਂ ਨੂੰ ਇਸ ਕੰਮ ਦੇ ਲਈ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜਾ ਇਹ ਖੇਤਰ ਹੈਗਾ, ਕਿੰਨਾ ਇਸ ਦਾ ਭਰਪੂਰ ਇਤਿਹਾਸ ਹੈਗਾ, ਬਹੁਤ ਵੱਡੀ ਦੇਣ ਹੈ ਇਸ ਪੌਦ ਖੇਤਰ ਦੀ। ਸੋ ਇਸ ਤਰ੍ਹਾਂ ਦਾ ਕੁਝ ਜਿਹੜਾ ਕਾਰਜ ਅਸੀਂ ਪੌਦੀ ਸੱਥ ਵੱਲੋਂ ਕਰ ਰਹੇ ਹਾਂ। ਤੇ ਹੁਣੇ ਮੇਰੀ ਜਿਹੜੀ ਕਿਤਾਬ ਹੈਗੀ, ਮੈਂ ਉਹੀ ਗੱਲ ਕਰਨੀ ਸੀਗੀ, ਜਿਵੇਂ ਹੁਣ ਪੁਆਧ ਦੀ ਗੱਲ ਚੱਲਦੀ ਸੀਗੀ, ਪਿਛਲੇ ਦਿਨੀ ਤੁਹਾਡੀ ਕਿਤਾਬ ਰਿਲੀਜ਼ ਹੋਈ ਹੈ ਪੁਆਧ ਦੀਆਂ ਝਲਕਾਂ, ਹਨ? ਹਾਂ, ਤੇ ਉਹਦੇ ਬਾਰੇ ਵੀ ਮੈਂ ਜ਼ਰੂਰ ਜਾਣਨਾ ਚਾਹੂੰਗਾ। ਤੁਸੀਂ ਆਪੇ ਗੱਲ ਸ਼ੁਰੂ ਕਰੀ। ਹਾਂ, ਇਹ ਕਿਤਾਬ ਦੇਖੋ, ਮੈਨੂੰ ਇਸ ਕਿਤਾਬ ਨੂੰ ਸੰਪਾਦਨ ਕਰਨ ਲਈ 5 ਸਾਲ ਲੱਗੇ ਨੇ ਜੀ। ਤਾਂ ਮੇਰਾ ਨਾ ਨਗਲੀ ਜਿਹਾ ਕੁਝ ਸੁਭਾਅ ਇਹ ਹੈਗਾ ਕਿ ਮੈਂ ਜਿਹੜਾ ਕੰਮ ਕਰਦਾ ਉਸ ਨੂੰ ਨਿੱਠ ਕੇ ਕਰਦਾ, ਜਲਦਬਾਜ਼ੀ ਨਹੀਂ। ਇਹ ਕੰਮ ਜਿਹੜਾ ਇਤਿਹਾਸਕਾਰੀ ਦਾ ਜਾਂ ਸਾਹਿਤਕਾਰੀ ਦਾ, ਇਹ ਬੜੇ ਠੰਮੇ ਦਾ ਤਪੱਸਿਆ ਦਾ ਕੰਮ ਹੈਗਾ। ਸੋ ਇਸ ਕਰਕੇ ਮੈਂ 5 ਸਾਲ ਲੱਗਿਆ ਰਿਹਾ, ਤੇ ਬੜੇ ਮੈਨੂੰ ਕਈ ਪੁੱਛਦੇ ਵੀ ਨੇ, ਤੁਸੀਂ ਕਿਵੇਂ ਕਾਰਜ ਕਰਦੇ? ਮੈਂ ਕਿਹਾ ਵੀ ਇਹ ਨਾ ਤੁਸੀਂ ਪੁੱਛੋ, ਕਿਉਂਕਿ ਮੇਰਾ ਫਰਜ਼ ਵੀ ਬਣਦਾ, ਮੈਨੂੰ ਲਗਾਓ ਹੈ ਆਪਣੀ ਮਿੱਟੀ ਨਾਲ, ਮੈਂ ਇੱਥੇ ਜੰਮ ਪੜਾਂ। ਇਸ ਪੁਆਧ ਦੀਆਂ ਝਲਕਾਂ ਦੇ ਵਿੱਚ ਜਿਹੜੀ ਮੈਂ ਵੱਖਰੀ ਕਿਸਮ ਦਾ ਕੰਮ ਕੀਤਾ ਦੂਜੀਆਂ ਕਿਤਾਬਾਂ ਨਾਲੋਂ, ਬੜਾ ਸਾਰੀ ਬੜੀ ਪ੍ਰਸ਼ੰਸਾ ਕਰ ਰਹੇ, ਅੰਤਰਰਾਸ਼ਟਰੀ ਪੱਧਰ ਤੱਕ ਮਲਕੀਤ ਸਿੰਘ ਔਜਲਾ ਨੇ ਆਪਣੇ ਯਤਨਾਂ ਰਾਹੀਂ, ਤੁਸੀਂ ਯਤਨ ਕਰਕੇ ਇਸ ਕਿਤਾਬ ਦੀ ਜਿਹੜੀ ਭਰਪੂਰ ਚਰਚਾ ਕੀਤੀ ਹੈ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਵੀ ਹਾਂ। ਤੇ ਮੈਨੂੰ ਆਸ ਵੀ ਨਹੀਂ ਸੀ ਕਿ ਇੰਨੀ ਚਰਚਾ ਇਸ ਕਿਤਾਬ ਬਾਰੇ ਹੋਏਗੀ। ਇਹਦੇ ਜਿਹੜੇ ਪਹਿਲਾ ਭਾਗ ਹੈ ਨਾ, ਉਹਦੇ ਵਿੱਚ ਮੈਂ ਨਾ ਅਕੈਡਮਿਕ ਕੰਮ ਕੀਤਾ ਹੈ ਕਿ ਪੰਜਾਬੀ ਭਾਸ਼ਾ ਕਿੱਥੇ ਤੱਕ ਹੈ, ਇਹਦਾ ਭੂਗੋਲ ਕਿੱਥੇ ਤੱਕ ਹੈ, ਕਿੱਥੇ ਤੱਕ ਖੇਤਰ ਹੈ, ਤੇ ਇਹਦੇ ਧੁਨੀਆਂ ਕਿਵੇਂ ਨੇ, ਇਹਦਾ ਵਿਆਕਰਨ ਕਿਵੇਂ, ਦੂਜੀਆਂ ਜਿਹੜੀਆਂ ਸਾਡੀਆਂ ਟਕਸਾਲੀ ਭਾਸ਼ਾਵਾਂ ਨੇ, ਇਹਦੀ ਵੱਖਰਤਾ ਕੀ ਹੈ ਪੰਜਾਬੀ ਭਾਸ਼ਾ ਦੀ, ਲੋਕ ਬੋਲਦੇ ਕਿਵੇਂ, ਲਿਖੀ ਕਿਵੇਂ ਜਾਂਦੀ ਹੈ। ਇਸ ਕਰਕੇ ਇਹ ਜਿਹੜੀ ਪਹਿਲੇ ਜਿਹੜੇ 13-14 ਚੈਪਟਰ ਨੇ, ਬੜੇ ਰਿਸਰਚ ਪੇਪਰ ਨੇ, ਉਹ ਮੈਂ ਪਹਿਲੇ ਭਾਗ 'ਚ ਲੈ ਲਏ। ਦੂਜੇ ਭਾਗ ਦੇ 'ਚ ਮੈਂ 15 ਕਿਲੇ ਲਏ ਨੇ, ਜਿਹੜੇ ਕਿ ਪੁਆਧ ਦੇ ਵਿੱਚ ਢਹਿ ਢੇਰੀ ਹੋ, ਜਿਨ੍ਹਾਂ ਬਾਰੇ ਕੋਈ ਇਤਿਹਾਸ ਨਗਲੀਆ ਜੀ ਮਿਲਦਾ ਹੀ ਨਹੀਂ ਹੈ। ਜੀ। ਮੁਸ਼ਕਲ ਤਾਂ ਇਹ ਹੁੰਦੀ ਹੈ ਜਦੋਂ ਤੁਹਾਡੇ ਕੋਲ ਕੋਈ ਰੈਫਰੈਂਸ ਨਹੀਂ ਮਿਲ ਰਿਹਾ, ਤੁਹਾਡੇ ਕੋਲ ਪਿਛਲਾ ਕੋਈ ਇਤਿਹਾਸ ਨਹੀਂ ਮਿਲਿਆ ਲਿਖਤੀ, ਤੁਸੀਂ ਲੋਕਾਂ ਤੋਂ ਪੁੱਛ ਕੇ ਜਾ ਕੇ ਉਹ ਜਿਹੜੇ ਕਿਲਿਆਂ ਦਾ ਇਤਿਹਾਸ ਮੈਂ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਿਨਾਂ ਮੈਂ 20 ਪਿੰਡ ਲੱਤੇ ਨੇ ਪ੍ਰਮੁੱਖ, ਕਿ ਜਿਨ੍ਹਾਂ ਦੀ ਵੱਖਰਤਾ ਹੈ, ਵਿਸ਼ੇਸ਼ਤਾ ਹੀ ਹੈ ਜਿਨ੍ਹਾਂ ਪਿੰਡਾਂ 'ਚ। ਜਿਵੇਂ ਮੁੱਲਾਂਪੁਰ ਗਰੀਬ ਦਾਸ ਹੈ, ਕਿੱਡਾ ਵੱਡਾ ਪਿੰਡ ਸੀ ਪੁਆਧ ਖੇਤਰ ਦਾ, ਹੁਣ ਵੀ ਬਹੁਤ ਵੱਡਾ ਪਿੰਡ ਹੈ। ਇਸ ਦੇ ਬਾਰੇ ਮੈਂ ਮਲਕੀਤ ਸਿੰਘ ਔਜਲਾ ਨੂੰ ਬੇਨਤੀ ਕਰੀ, ਮੈਂ ਕਿਹਾ ਵੀ ਉੱਥੇ ਦਾ ਜੰਪਲ, ਉਸ ਤੋਂ ਵਧੀਆ ਹੋਰ ਕੌਣ ਲਿਖ ਸਕਦਾ? ਇਹ ਮੈਨੂੰ ਖੁਸ਼ੀ ਹੈ ਇੱਥੇ ਦੱਸਦੇ ਸਾਰਿਆਂ ਨੂੰ ਕਿ ਮਲਕੀਤ ਸਿੰਘ ਔਜਲਾ ਨੇ 11-12 ਸਫ਼ੇ ਮੁੱਲਾਂਪੁਰ ਗਰੀਬ ਦਾਸ ਵਾਸਤੇ ਜਿਸ ਤਰ੍ਹਾਂ ਦਾ ਇਤਿਹਾਸ ਨਿੱਠ ਕੇ ਲਿਖਿਆ ਹੈ, ਉਹ ਕੋਈ ਰਿਸਰਚ ਸਕਾਲਰ ਹੀ ਲਿਖ ਸਕਦਾ। ਕਿਉਂਕਿ ਇਹਨਾਂ ਨੂੰ ਮੋਹ, ਇਹਨਾਂ ਦੀ ਪਹਿਲਾਂ ਵੀ ਕਿਤਾਬ ਜਿਹੜੀ ਸੀ ਨਾ, ਆਪਣਾ ਬਿਦਰਖਿਆ ਜੀ ਬਾਰੇ, ਸੁਰਜੀਤ ਸਿੰਘ ਬਿਦਰਖਿਆ ਸਾਡੇ ਖੇਤਰ ਦੇ ਬਹੁਤ ਵੱਡੇ ਉੱਘੇ ਗਾਇਕ ਹੋ, ਜਿਨ੍ਹਾਂ ਦੀਆਂ ਤੁਸੀਂ ਕੈਸਟਾਂ, ਗੀਤ, ਵਿਆਹ ਸ਼ਾਦੀਆਂ 'ਚ ਅਕਸਰ ਸੁਣਦੇ ਹੋ। ਉਸ ਗੀਤਕਾਰ ਬਾਰੇ ਵੀ ਔਜਲਾ ਜੀ ਨੇ ਕਿਤਾਬ ਲਿਖੀ, ਤੇ ਮੈਂ ਉਸ ਕਿਤਾਬ ਤੋਂ ਹੀ ਪਛਾਣ ਗਿਆ ਸੀ ਕਿ ਇਸ ਕਲਮ ਦੇ ਵਿੱਚ ਦਮਖਮ ਹੈ। ਤੇ ਮੈਂ ਇਹਨਾਂ ਨੂੰ ਬੇਨਤੀ ਕਰੀ, ਇਹਨਾਂ ਨੇ ਬੜੇ ਸਮੇਂ ਸਿਰ ਮੁੱਲਾਂਪੁਰ ਗਰੀਬ ਦਾਸ ਬਾਰੇ ਮੈਨੂੰ ਲਿਖ ਕੇ ਦਿੱਤਾ। ਇਸ ਤਰ੍ਹਾਂ 20 ਪਿੰਡ ਨੇ ਜਿਹੜੇ ਮੈਂ ਕਵਰ ਕੀਤੇ। ਉਸ ਤੋਂ ਬਿਨਾਂ ਮੈਂ ਜਿਹੜੇ 8 ਪ੍ਰਮੁੱਖ ਸ਼ਖਸੀਅਤਾਂ ਹੋਈਆਂ ਜਿਨ੍ਹਾਂ ਬਾਰੇ ਪਤਾ ਨਹੀਂ, ਪਹਿਲਾਂ ਵੀ ਅਸੀਂ ਪੌਦੇ ਜੰਮੇ ਜਾਏ, ਮੈਂ ਜਿਹੜੀ ਕਿਤਾਬ ਮੇਰੀ ਛਾਪੀ ਹੈ ਨਾ ਨੈਸ਼ਨਲ ਬੁੱਕ ਟਰਸਟ ਆਫ ਇੰਡੀਆ ਨੇ, ਉਹਦੇ ਵਿੱਚ 27 ਸ਼ਖਸੀਅਤਾਂ ਨੇ। ਉਸ ਤੋਂ ਬਿਨਾਂ ਜਿਹੜੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਹੋਈਆਂ ਨੇ ਵੱਖੋ ਖੇਤਰਾਂ ਦੇ, ਉਹਨਾਂ ਦੇ ਬਾਰੇ ਅਸੀਂ 8 ਪ੍ਰਮੁੱਖ ਸ਼ਖਸੀਅਤਾਂ ਨੂੰ ਲੈਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਫਿਰ ਅਖੀਰਲਾ ਜਿਹੜਾ ਇਹਦੇ ਵਿੱਚ ਕਾਂਡ ਹੈਗਾ ਨਾ ਇਸ ਕਿਤਾਬ ਦਾ, ਪੌਦੀਆਂ ਝਲਕਾਂ ਦਾ, ਮੈਂ ਮਹਿਸੂਸ ਕਰਿਆ ਕਿ ਵੀ ਪੁਆਧੀ ਭਾਸ਼ਾ ਦੀ ਜਿਹੜਾ ਇਹਦਾ ਸਾਰਾ ਕਿਵੇਂ ਸਾਂਭਿਆ ਜਾਏਗਾ। ਇਹ ਜਿਹੜੇ ਲੋਕ ਜਿਵੇਂ ਬੋਲਦੇ ਨੇ, ਉਹਨਾਂ ਬੋਲਾਂ ਨੂੰ, ਉਹਨਾਂ ਦੇ ਜਜ਼ਬਾਤ ਨੂੰ, ਫਿਰ ਮੈਂ ਇਸ ਦੇ ਵਿੱਚ 6 ਜਿਹੜੇ ਇਹਦੇ ਵਿੱਚ ਆਰਟੀਕਲ ਨੇ ਨਾ, ਉਹ ਪੁਆਧੀ ਭਾਸ਼ਾ 'ਚ ਲਿਖਾਏ ਗਏ ਨੇ। ਵੱਖੋ ਵੱਖ ਮੈਂ ਸੱਜਣਾ ਨੂੰ ਬੇਨਤੀ ਕੀਤੀ ਕਿ ਇਹ ਚੀਜ਼ ਦੇ ਅੱਛਾ ਲਿਖਣਾ ਵੀ ਔਖਾ ਹੈ, ਉਹਦੀ ਪ੍ਰੂਫ ਰੀਡਿੰਗ ਵੀ ਕਰਨੀ ਔਖੀ, ਉਹਨੂੰ ਪੜ੍ਹਨਾ ਵੀ ਔਖਾ ਹੈ, ਤੇ ਪਰ ਮੈਂ ਉਹਦੇ 'ਚ ਕਾਮਯਾਬ ਹੋ ਗਿਆ। ਮੈਂ ਆਪਣੇ ਲੇਖਕਾਂ ਦਾ ਬੜਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ 6 ਲੇਖ ਜਿਹੜੇ ਨੇ ਪੁਆਧੀ ਭਾਸ਼ਾ ਦੇ ਵਿੱਚ ਲਿਖੇ ਦੱਸੇ। 1-2 ਦੇ ਵਿੱਚ ਦੁਰਲੱਭ ਲਿਖਤਾਂ ਵੀ ਮੈਂ ਲੱਭੀਆਂ ਨੇ, ਜਿਹੜੀਆਂ ਮੇਰੇ ਕੋਲ ਪੁਰਾਣੀਆਂ ਪਈਆਂ ਸੀ। ਕੈਪਟਨ ਧਰਮ ਸਿੰਘ ਨੇ ਨਾ
ਨਨਕਾਣਾ ਸਾਹਿਬ ਦਾ ਸਾਕਾ ਲੈ ਕੇ ਸਾਰਾ ਜਿਹੜਾ ਅਕਾਲੀ ਦਲ ਦਾ ਅੰਦੋਲਨ ਹੈ, ਫਿਰ ਹਿੰਦੁਸਤਾਨ ਦੀ ਆਜ਼ਾਦੀ ਹੈ, ਤੇ ਇੱਥੋਂ ਤੱਕ ਉਹਨਾਂ ਨੇ ਉਸ ਲੇਖ ਦੇ ਵਿੱਚ ਸਾਰਾ ਇਤਿਹਾਸ ਲਿਖਿਆ ਹੈ। ਤੇ ਉਹ ਲਿਖਤ ਮੇਰੇ ਕੋਲ ਕੋਈ ਲਗਭਗ 30 ਸਾਲ ਪੁਰਾਣੀ ਪਈ ਸੀ। ਦੇਖੋ, ਉਸ ਨੂੰ ਮੈਂ ਸਾਂਭਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਇਹ 200 ਇਹਦੇ ਵਿੱਚ 94 ਕੁ ਸਫ਼ੇ ਨੇ ਤੇ 65 ਲੇਖ ਨੇ ਇਹਦੇ ਵਿੱਚ ਕਿਤਾਬ ਦੇ ਵਿੱਚ। ਤੇ ਕੁੱਲ ਜਿਹੜੇ ਇਹਦੇ 'ਚ ਲੇਖ ਨੇ 44 ਲੇਖਕਾਂ ਨੇ ਇਹਦੇ ਵਿੱਚ ਹਿੱਸਾ ਪਾਇਆ, ਤੇ 12 ਲੇਖ ਤਾਂ ਮੇਰੇ ਆਪਣੇ ਲਿਖੇ ਹੋਏ ਨੇ। ਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ, ਇਹਦੇ ਵਿੱਚ 4 ਇਸਤਰੀ ਲੇਖਕਾਵਾਂ ਦੇ ਲੇਖ ਵੀ ਨੇ। ਉਹਨਾਂ ਵਿੱਚ ਦਲਜੀਤ ਕੌਰ ਦਾਊਂ ਦਾ ਜਪਜੀ ਸਾਹਿਬ ਦੇ ਵਿੱਚ ਜਿਹੜੀ ਪੁਆਧੀ ਭਾਸ਼ਾ ਦੀ ਸ਼ਬਦਾਵਲੀ ਹੈ, ਜਿਹੜਾ ਰੰਗ ਹੈ ਕਿ ਕਿਵੇਂ ਪੁਆਧ ਦੇ ਲੋਕ ਬੋਲਦੇ ਨੇ ਕੁਝ ਸ਼ਬਦ ਹਨ, ਉਹ ਕੁਝ ਸ਼ਬਦ ਉਹਨਾਂ ਨੇ ਇਸ ਜਪਜੀ ਸਾਹਿਬ ਵਿੱਚੋਂ ਖੋਜ ਕਰਕੇ ਆਪਣਾ ਲੇਖ ਲਿਖਿਆ ਹੈ। ਤੇ ਇਸੇ ਤਰ੍ਹਾਂ ਬੜੈਲ ਦੇ ਕਿਲ੍ਹੇ ਬਾਰੇ ਮੈਂ ਕਸ਼ਮੀਰ ਕੌਰ ਸੰਧੂ ਤੋਂ ਲਿਖਵਾਇਆ ਹੈ, ਤੇ ਸਤਬੀਰ ਕੌਰ ਤੋਂ ਫਿਰ ਜਿਹੜਾ ਕਿਲ੍ਹਾ ਬੰਦੌਲੀ ਦਾ ਉਹਦੇ ਬਾਰੇ ਲਿਖਾਇਆ ਹੈ। ਤੇ ਇਸ ਤਰ੍ਹਾਂ ਦੇ ਨਾਲ ਆਪਣੇ ਕਮਲਪ੍ਰੀਤ ਕੌਰ ਤੋਂ ਮੈਂ ਇੱਕ ਸੋਹਾਣੇ ਦੇ ਬਜ਼ੁਰਗ ਹੋਏ ਨੇ, ਉਹਨਾਂ ਤੋਂ ਲਿਖਿਆ, ਜਿਹਨੇ 4 ਇਸਤਰੀ ਲੇਖਕਾਵਾਂ ਦੇ ਲੇਖ ਵੀ ਇਹਦੇ ਸ਼ਾਮਲ ਨੇ। ਇਸ ਤਰ੍ਹਾਂ ਜਿਹੜੀ ਇਹ ਕਿਤਾਬ ਹੈ ਪੁਆਧੀਆਂ ਝਲਕਾਂ, ਇਹ ਮੁਕੰਮਲ ਹੋਈ ਹੈ। ਤੇ ਇਸ ਦੇ ਬਾਰੇ ਜਿਹੜਾ ਪਾਠਕਾਂ ਵੱਲੋਂ ਹੁੰਗਾਰਾ ਆ ਰਿਹਾ, ਉਹ ਮੈਨੂੰ ਬੜਾ ਹੀ ਅੱਜ ਮਾਣ ਹੈ। ਅੱਜ ਇੱਥੋਂ ਤੱਕ ਕਿ ਦਿਲਦਾਰ ਸਿੰਘ ਇੱਕ ਸ਼ਖਸੀਅਤ ਹੈਗੀ ਜਿਹੜਾ ਕਿ ਇੱਥੇ ਬਡਾਲੀ ਪਿੰਡ ਦਾ ਸੀਗਾ, ਤੇ ਅੱਜ ਕੱਲ੍ਹ ਕੈਨੇਡਾ ਰਹਿ ਰਹੇ, ਉਹਨਾਂ ਦਾ ਵੀ ਅੱਜ 15 ਮਿੰਟ ਮੈਨੂੰ ਪੁਆਧੀਆਂ ਝਲਕਾਂ ਬਾਰੇ ਮੇਰੀ ਨਾਲ ਬੜੀਆਂ ਉਹਨਾਂ ਨੇ ਨਿੱਠੀਆਂ ਗੱਲਾਂ ਕਰੀਆਂ। ਉਹਨਾਂ ਨੇ ਜਦੋਂ ਪੜ੍ਹਿਆ ਇਹ ਚੈਨਲ ਦੇ ਰਾਹੀਂ ਕਿ ਪੁਆਧੀਆਂ ਝਲਕਾਂ ਛਪੀ ਕਿਤਾਬ ਹੁਣੇ ਤੇ ਇਹ ਸਾਰਾ ਕੁਛ ਇਸ ਤਰ੍ਹਾਂ ਦਾ ਜਿਹੜਾ ਸਾਡਾ ਕਾਰਜ ਹੈ ਪੁਆਧ ਦੀ ਧਰਤੀ ਦੇ ਬਾਰੇ, ਉਸ ਨੂੰ ਮੈਂ ਨਤਮਸਤਕ ਹਾਂ, ਕਿਉਂਕਿ ਮੈਂ ਇੱਥੇ ਦਾ ਜੰਮ ਪੜ੍ਹਾ। ਇੱਥੋਂ ਦਾ ਇਤਿਹਾਸ, ਸੱਭਿਆਚਾਰ, ਇੱਥੋਂ ਦੀ ਸੰਸਕ੍ਰਿਤੀ, ਇੱਥੋਂ ਦੀ ਪ੍ਰਕਿਰਤੀ, ਇੱਥੋਂ ਦਾ ਰਹਿਤਲ, ਇਹ ਮੈਂ ਪੁਸਤਕਾਂ ਦੇ ਵਿੱਚ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਅਗਲੀ ਕਿਤਾਬ ਜਿਹੜੀ ਮੇਰੀ ਹੋਈ ਪਰਾਗਾ ਚੌਥਾ, ਉਹ ਵੀ ਮੈਂ ਉਹਦੇ ਵਿੱਚ ਮੈਂ ਗਤੀਸ਼ੀਲ ਹੋਇਆ ਵਾ, ਉਹਦਾ ਮੈਂ ਸਿਨੋਪਸਿਸ ਬਣਾ ਲਿਆ। ਤੇ ਅਗਲੇ ਸਾਲ ਮੈਨੂੰ ਖੁਸ਼ੀ ਹੋਏਗੀ ਕਿ ਮੈਂ ਉਹ ਕਿਤਾਬ ਆਪਣੇ ਪਾਠਕਾਂ ਨੂੰ ਦੇ ਸਕਾਂ। ਇਹਨਾਂ ਕਿਤਾਬਾਂ ਉੱਥੇ ਯੂਨੀਵਰਸਿਟੀਆਂ ਦੇ ਵਿੱਚ MPhil PhDਆਂ ਹੋ ਰਹੀਆਂ ਨੇ, ਤੇ ਹੁਣ ਪੁਆਧ ਤੇ ਪੁਆਧੀ ਖੇਤਰ ਦੇ ਬਾਰੇ ਬਹੁਤ ਲੋਕ ਜਾਗਰਤ ਵੀ ਹੋ ਗਏ ਨੇ, ਬਹੁਤ ਅੱਛਾ ਲਿਖਿਆ ਜਾ ਰਿਹਾ। ਤੇ ਲੋਕਾਂ ਦੀ ਜਿਹੜੀ ਹੀਣਤਾ ਭਾਵ ਸੀ ਪਹਿਲਾਂ, ਜਦੋਂ ਅਸੀਂ ਬੋਲਦੇ ਸੀ ਨਾ ਕਿ ਰਾਹ ਤੋਂ ਕਹਾਂ ਜਾ ਮਾਰੇ ਖੇਤ ਮੈਂ ਮੈਸ ਵੜ ਗਈ, ਜਦੋਂ ਅਸੀਂ ਇੱਦਾਂ ਬੋਲਦੇ ਸੀ ਸਾਨੂੰ ਮਖੌਲ ਕਰਦੇ ਸੀ। ਗੁਆਰ ਦੀ ਭਾਸ਼ਾ ਗੁਆਰ ਦੀ। ਹੁਣ ਇਸ ਭਾਸ਼ਾ ਦੇ ਉੱਤੇ ਬੜਾ ਕੰਮ ਮਾਣ ਮਹਿਸੂਸ ਹੈ। ਤੇ ਸੋਹਣ ਸਿੰਘ ਹੰਸ ਸਾਡੇ ਵੱਡੇ ਨਾਵਲਕਾਰ ਹੋਏ ਨੇ, ਉਹਨਾਂ ਨੇ ਜਿਹੜੇ ਨਾਵਲ ਲਿਖੇ ਨੇ ਉਹਨਾਂ ਦੇ ਵਿੱਚ ਪੁਆਧੀ ਰੰਗ ਹੈ। ਇਸੇ ਤਰ੍ਹਾਂ ਜਸਵੀਰ ਮੰਡ ਨੇ ਜਿਹੜੀ ਰੋਪੜ ਦੇ ਕੋਲ ਜਿਹੜਾ ਘਾਟ ਦਾ ਇਲਾਕਾ ਹੈਗਾ, ਉਹਨਾਂ ਨੇ ਆਪਣੇ ਨਾਵਲਾਂ ਔੜ ਦੇ ਬੀਜ ਸੀ ਉਹਨਾਂ ਦਾ, ਆਖਰੀ ਬਣ ਦੀ ਕਥਾ ਸੀ, ਤੇ ਖਾਜ ਨਾਵਲ ਹੈ ਉਹਨਾਂ ਦਾ, ਬੋਲ ਮਰਦਾਨੇ ਹੁਣੇ ਉਹਨਾਂ ਦਾ ਨਾਵਲ ਆਖਰੀ ਬਾਬਾ ਛਾਪਿਆ, ਉਹਦੇ ਵਿੱਚ ਉਹਨਾਂ ਨੇ ਵੀ ਆਪਣੀ ਇਸ ਖੇਤਰ ਦੀ ਜਿਹੜੀ ਭਾਸ਼ਾ ਹੈ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਮੈਂ ਉਹਨਾਂ ਸਾਰੇ ਆਪਣੇ ਲੇਖਕਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਅਸੀਂ ਬੀੜਾ ਚੁੱਕਿਆ ਪੁਆਧੀ ਪੰਜਾਬੀ ਸਾਥ ਨੇ ਇਸ ਖੇਤਰ ਨੂੰ ਜਗਮਗਾਉਣ ਲਈ। ਤੇ ਮੈਂ ਮਹਿਸੂਸ ਕਰਦਾ ਕਿ ਇਸ ਖੇਤਰ ਨਾਲ ਬਹੁਤ ਬੇਇਨਸਾਫੀ ਹੁੰਦੀ ਰਹੀ ਹੈ। ਮੈਨੂੰ ਤੇ ਹੁਣ ਨਗਲੀਆ ਦੀ ਜਿਹੜੀ ਬਹੁਤੀ ਚਿੰਤਾ ਹੈ ਇਹ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ। ਅਸੀਂ ਹੁਣ ਇਸ ਪਾਸੇ ਜੇ ਨਾ ਇਸ ਵੱਲ ਤੇ ਸੁਚੇਤ ਹੋਏ ਤਾਂ ਸਾਡਾ ਪੰਜਾਬ ਜਿਹੜਾ ਹੈ ਉਹ ਕਿਸੇ ਜਿਵੇਂ ਖੋਖਲਾ ਹੋ ਜਾਏਗਾ। ਮੈਂ ਇੱਕ ਨਜ਼ਮ ਜੇ ਤੁਹਾਨੂੰ ਕਹੋ, ਬਿਲਕੁਲ ਮੈਂ ਪੰਜਾਬ ਦੇ ਬਾਰੇ ਇੱਕ ਨਜ਼ਮ ਜਿਹੜੀ ਹੈ ਨਾ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਤੇ ਕਿਉਂਕਿ ਲੇਖਕ ਦੀ ਤਾਂ ਦਵਾਈ ਹੁੰਦੀ ਹੈ ਕਿ ਮੈਂ ਜਿਹੜੀ ਨਜ਼ਮ ਹੈਗੀ, ਇਹ ਪੰਜਾਬ ਮੌਲਾ ਖੈਰ ਕਰੇ ਜੀ, ਨਾ ਇਹ ਧਰਤੀ ਤੇਰੀ ਰਹਿਣੀ, ਨਾ ਇਹ ਰਹਿਣਾ ਪਾਣੀ, ਸ਼ਹਿਰ ਤੜਪਦਾ ਹੋਕਾ ਦੇਵੇ, ਇਹ ਗੱਲ ਸੱਚੀ ਜਾਣੀ। ਬਹੁਤ ਕੰਪਨੀਆਂ ਨੇ ਘੇਰਾ ਕੱਤਿਆ, ਧਰਤੀ ਹੈ ਹਥਿਆਈ, ਇਦਾਂ ਕਦੇ ਧਰਤ ਵਿਕੀਨਾ, ਵਹਿੰਦੀ ਰਹੀ ਲੁਕਾਈ ਜੀ। ਇਹ ਵਰਤਾਰਾ ਤਾਕੇ ਨਿਆਰਾ, ਚਕਾ ਚੌਂਦ ਹਰ ਕੋਈ, ਜੀਵਨ ਢੰਗ ਬਦਲਿਆ ਇੰਨਾ, ਚਾਲ ਢਾਲ ਸਭ ਖੋਈ। ਧਰਤੀ ਦੀ ਉਪਜਾਈ ਕੁੱਖ ਨੂੰ ਲੱਗਿਆ ਸੰਨ ਘਨੇਰਾ, ਵਾੜ ਖੇਤ ਨੂੰ ਖਾਵਣ ਲੱਗੀ ਹੋਰ ਕੋਈ ਹੋ ਹਨੇਰਾ। ਪੰਜ ਆਪ ਦੀ ਧਰਤ ਪਿਆਰੀ, ਵੰਡ ਵੰਡ ਕਰੀ ਨਿਤਾਣੀ, ਕਰਦੀ ਦੇਲੀ ਓਪਰੀ ਲੱਗੇ, ਦਿਨੇ ਨਾ ਜਾਏ ਪਛਾਣੀ। ਵਿਸ਼ਵੀਕਰਨ ਦੀ ਦੌੜ ਤਖੇਰੀ, ਉਲਝ ਗਈ ਹੈ ਤਾਣੀ, ਵਿਸ਼ਵੀਕਰਨ ਦੀ ਦੌੜ ਤਖੇਰੀ, ਉਲਝ ਗਈ ਹੈ ਤਾਣੀ। ਪੈਕਟਾਂ ਦੇ ਵਿੱਚ ਟੁੱਕਰ ਵਿਕਦਾ, ਬੋਤਲਾਂ ਦੇ ਵਿੱਚ ਪਾਣੀ।
ਕੰਮ ਕਰਨ ਦੀ ਜਾਚ ਤੋਂ ਵਾਂਝੀ ਨਵੇਂ ਪੋਚ ਦੀ ਪੀੜ੍ਹੀ ਰਾਤੋਂ ਰਾਤ ਅਮੀਰੀ ਚਾਹੁੰਦੇ ਲਾ ਅੰਬਰਾਂ ਨੂੰ ਛੇੜੀ। ਫਿੱਕੇ ਪੈ ਗਏ ਮੋਹ ਦੇ ਰਿਸ਼ਤੇ ਬਾਲਾਂ ਕੋਲੋਂ ਖੇਡ ਗਵਾਚੀ। ਆਂਟੀ ਸ਼ਬਦ ਪਛਾਣੂ ਕਿੱਦਾਂ ਮਾਸੀ ਭੂਆ ਤਾਈ ਚਾਚੀ। ਧਰਮ ਸਿਆਸਤ ਮਹਿਲੇ ਹੋਏ ਸੋਚੀ ਪੈ ਗਿਆ ਬੰਦਾ। ਧਰਮ ਸਿਆਸਤ ਮਹਿਲੇ ਹੋਏ ਸੋਚੀ ਪੈ ਗਿਆ ਬੰਦਾ। ਲਲਚਾਈਆਂ ਅੱਖੀਆਂ ਕਿਝ ਪਰਖਣ ਕੀ ਚੰਗਾ ਕੀ ਮੰਦਾ। ਮਾਂਝੀ ਕੋਲੋਂ ਚੱਪੂ ਗੁੰਮੇ ਕਿਸ਼ਤੀ ਹੋ ਗਈ ਭਾਰੀ। ਜਨ ਸ਼ਕਤੀ ਦੀ ਜਿੱਤ ਹੁੰਦੀ ਹੈ ਜ਼ੁਲਮੀ ਸੱਤਾ ਆਖਰ ਹਾਰੀ। ਇਹ ਗੱਲ ਧਿਆਨ ਨਾਲ ਸੁਣਨ ਵਾਲੀ ਹੈ ਗੱਲ ਅਗਲੇ ਦੀ ਕਿ ਮਾਂਝੀ ਕੋਲੋਂ ਚੱਪੂ ਗੁੰਮੇ ਕਿਸ਼ਤੀ ਹੋ ਗਈ ਭਾਰੀ। ਜਨ ਸ਼ਕਤੀ ਦੀ ਜਿੱਤ ਹੁੰਦੀ ਹੈ ਜ਼ੁਲਮੀ ਸੱਤਾ ਆਖਰ ਹਾਰੀ। ਐ ਸਰਕਾਰੇ ਲੋਕਾਂ ਹਿੱਤਾਂ ਦੀ ਜੇਰਾ ਕੀਤੀ ਰਾਖੀ। ਐ ਸਰਕਾਰੇ ਲੋਕ ਹਿੱਤਾਂ ਦੀ ਜੇਰਾ ਕੀਤੀ ਰਾਖੀ। ਇਹ ਪੰਜਾਬ ਗੁਲਾਬ ਪਿਆਰਾ ਰੰਗਲੇ ਤੋਂ ਬਣ ਜਾਊ ਖਾਕੀ। ਹਰ ਇੱਕ ਚਿਹਰਾ ਸੋਚੀ ਡੁੱਬਿਆ ਹਰ ਇੱਕ ਚਿਹਰਾ ਸੋਚੀ ਡੁੱਬਿਆ ਕਿਸ ਨੂੰ ਦਰਦ ਸੁਣਾਏ। ਐ ਪੰਜਾਬ ਪਿਆਰੇ ਮੇਰੇ ਤੇਰੀ ਮੌਲਾ ਖੈਰ ਮਨਾਏ। ਐ ਪੰਜਾਬ ਪਿਆਰੇ ਮੇਰੇ ਤੇਰੀ ਮੌਲਾ ਖੈਰ। ਸੋ ਤਾਂ ਆਪਣੇ ਮੈਂ ਤਾਂ ਜਿਹੜੀ ਅਗਲਿਆਂ ਦੀ ਗੱਲ ਹੈ ਆਪਣੇ ਇਸ ਪੰਜਾਬ ਦੀ ਮੈਨੂੰ ਬੜੀ ਚਿੰਤਾ ਇਸ ਵੇਲੇ ਕਿ ਕਿਸਾਨ ਅੰਦੋਲਨ ਦੇਖੋ ਕਿੱਡਾ ਵੱਡਾ ਅੰਦੋਲਨ ਹੈ। ਇੱਕ ਬਹੁਤ ਦੁਨੀਆ ਦੇ ਵੱਡੇ ਫਿਲੋਸਫਰ ਹੋਏ ਨੇ ਅਤੇ ਉਹਨਾਂ ਨੇ ਵੀ ਲਿਖਿਆ ਕਿ ਜਿਹੜਾ ਕਿਸਾਨ ਅੰਦੋਲਨ ਹੈ ਹਿੰਦੁਸਤਾਨ 'ਚ ਹੋ ਰਿਹਾ ਇਹ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਵੱਡੀ ਇੱਕ ਵੱਖਰੀ ਕਿਸਮ ਦਾ ਅੰਦੋਲਨ ਹੈ। ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਬੰਦ ਕਰਕੇ ਉਹਨਾਂ ਨੂੰ ਕੈਂਸਲ ਕਰਿਆ ਜਾਵੇ ਅਤੇ ਕਿਸਾਨੀ ਨੂੰ ਪੰਜਾਬ ਦੀ ਹਿੰਦੁਸਤਾਨ ਦੀ ਕਿਸਾਨੀ ਨੂੰ ਰੋਕਿਆ ਜਾਵੇ। ਮੌਸੰਚਕੀ ਇੱਕ ਲੇਖਕ ਹੋਏ ਨੇ ਉਹਨਾਂ ਨੇ ਵੀ ਬੜਾ ਇਹਦੇ ਬਾਰੇ ਕਿਸਾਨ ਅੰਦੋਲਨ ਦੇ ਬਾਰੇ ਹਾਰਾ ਨਾਰਾ ਮਾਰਿਆ। ਸੋ ਇਸ ਤਰ੍ਹਾਂ ਦਾ ਜਿਹੜਾ ਲੇਖਕ ਦਾ ਕੰਮ ਹੈ ਨਾ ਆਪਣੀ ਮਿੱਟੀ ਨਾਲ ਜੁੜਨਾ ਆਪਣੇ ਲੋਕਾਂ ਦੇ ਦੁੱਖ ਦਰਦ ਸੁਣਨਾ। ਦੇਖੋ ਸਾਡਾ ਇਸ ਵੇਲੇ ਜਿਹੜਾ ਪੰਜਾਬ ਹੈ ਨਾ ਖੋਖਲਾ ਹੋ ਰਿਹਾ ਜੀ ਜਵਾਨੀ ਹੈ ਬਾਹਰ ਨੂੰ ਜਾ ਰਹੀ ਹੈ। ਇੱਥੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੀ ਯਥਾਯੋਗ ਜਿਸ ਤਰ੍ਹਾਂ ਦੀ ਯੋਗਤਾ ਹੈ ਉਹਨਾਂ ਨੂੰ ਰੁਜ਼ਗਾਰ ਮਿਲੇ ਇੱਥੇ ਦਾ ਪਾਣੀ ਸ਼ੁੱਧ ਹੋਵੇ ਇੱਥੋਂ ਦੀ ਜਿਹੜੀ ਧਰਤੀ ਹੈ ਉਹ ਸਾਂਭੀ ਜਾਵੇ ਇੱਥੋਂ ਦਾ ਵਿਰਸਾ ਵਿਰਾਸਤ ਸਾਂਭਿਆ ਜਾਵੇ। ਔਰ ਜੇ ਕਿਸਾਨੀ ਬਚ ਗਈ ਤਾਂ ਸਮਝ ਲਓ ਹਿੰਦੁਸਤਾਨ ਬਚ ਗਿਆ। ਇਕੱਲਾ ਪੰਜਾਬ ਨਹੀਂ ਹਿੰਦੁਸਤਾਨ ਬਚ ਗਿਆ। ਇਸ ਵੇਲੇ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੀ ਜਵਾਨੀ ਸਾਂਭਣ ਦੇ ਲਈ ਮੈਂ ਸਾਰੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਦਰਸ਼ਕਾਂ ਨੂੰ ਵੀ ਕਿ ਆਓ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਅਤੇ ਸਰਕਾਰਾਂ ਨੂੰ ਮੰਨਣਾ ਪਏਗਾ ਸਰਕਾਰਾਂ ਨੂੰ ਹਾਰ ਮੰਨਣੀ ਚਾਹੀਦੀ ਹੈ ਅਤੇ ਜੇ ਇੱਦਾਂ ਨਾ ਕਰੇ ਤਾਂ ਜਿਹੜਾ ਸਾਡਾ ਭਵਿੱਖ ਹੈਗਾ ਉਹ ਸੁਨਹਿਰੀ ਨਹੀਂ ਹੋਏਗਾ। ਸੋ ਇਹ ਸਾਰੀਆਂ ਗੱਲਾਂ ਜਿਹੜੇ ਨੇ ਇਸ ਵੇਲੇ ਆਪਣੇ ਪੁਆਧ ਦੇ ਲੋਕਾਂ ਨੂੰ ਮੈਂ ਜਗਾਉਣਾ ਚਾਹੁੰਦਾ ਕਿ ਆਓ ਦੋਸਤੋ ਆਪਣੀ ਮਿੱਟੀ ਨੂੰ ਪਿਆਰ ਕਰੀਏ ਆਪਣੀ ਬੋਲੀ 'ਚ ਮਾਣ ਕਰੀਏ ਅਤੇ ਇੱਦਾਂ ਨਹੀਂ ਹੋਣਾ ਹੈਗਾ ਨਿੰਮੋ ਚੁਣੋ ਹੋ ਕੇ ਆਪਾਂ ਨੂੰ ਉੱਠਣਾ ਪਏਗਾ ਜਾਗਣਾ ਪਏਗਾ। ਸੋ ਜਿਹੜਾ ਲੇਖਕ ਦਾ ਕੰਮ ਹੈ ਉਹ ਲੋਕਾਂ ਨੂੰ ਜਗਾਉਣਾ ਜੋ ਜਿੰਨੀ ਕੁ ਮੈਂ ਆਪਣੀ ਸਮਰੱਥਾ ਹੈ ਆਪਣੀ ਪੁਆਧੀ ਪੰਜਾਬੀ ਸਾਥ ਵੱਲੋਂ ਆਪਣੇ ਸਾਰੇ ਜਿਹੜੇ ਮੇਰੇ ਸਾਥੀ ਨੇ ਹਮਜੋਲੀ ਨੇ ਉਹਨਾਂ ਦੀ ਵੀ ਇਹੀ ਹੈ ਕਿ ਆਓ ਆਪਾਂ ਆਪਣੇ ਪੰਜਾਬ ਨੂੰ ਬਚਾਈਏ। ਕੋਈ ਗੱਲ ਤੁਸੀਂ ਮੇਰੇ ਤੋਂ ਪੁੱਛ ਦਾਊ ਸਾਹਿਬ ਜਿਵੇਂ ਕਿ ਇੰਨਾ ਤੁਸੀਂ ਲਿਖਣ ਦੇ ਵਿੱਚ ਇੰਨਾ ਕਾਰਜ ਤੁਸੀਂ ਕਰ ਰਹੇ ਹੋ ਤੇ ਸੰਪਾਦਨ ਦੇ ਵੱਲ ਵੀ ਤੁਹਾਡਾ ਬੜਾ ਤੁਸੀਂ ਸੰਪਾਦਕੀ ਕੀਤੀ ਹੈ ਬਹੁਤ ਕਿਤਾਬਾਂ ਦੀ ਤੇ ਇਹ ਫਿਰ ਕਾਰਜ ਕਿਵੇਂ ਤੁਸੀਂ ਇਹਨੂੰ ਵੀ ਅੰਜਾਮ ਦਿੰਦੇ ਆ? ਅਸਲ 'ਚ ਮੈਨੂੰ ਬਹੁਤ ਪੁੱਛਦੇ ਨੇ ਕਿ ਕਿਵੇਂ ਤੁਸੀਂ ਜੁੜੇ ਰਹੇ। ਅਸਲ 'ਚ ਗੱਲ ਇਹ ਹੈ ਆਪਣਾ ਨਗਲੀਆ ਜੀ ਜਦੋਂ ਤੁਹਾਡੇ ਅੰਦਰ ਨਾ ਇੱਕ ਨੇਕ ਨੀਤ ਹੋਵੇ ਨਾ ਨੇਕ ਨੀਤ ਹੋਵੇ ਅਤੇ ਮਿਹਨਤ ਕਰਨ ਦੀ ਲਗਨ ਹੋਵੇ ਸਥਿਰਤਾ ਹੋਵੇ ਤਾਂ ਮੈਂ ਦੇਖਿਆ ਆਪਣੇ ਆਪ ਹੀ ਪੰਧ ਬਣਦਾ ਚਲੇ ਜਾਂਦਾ ਅਤੇ ਮੈਂ ਸੰਪਾਦਨਾ ਦੇ ਵਿੱਚ ਮੇਰਾ ਬੜਾ ਜਿਹੜਾ ਹੈਗਾ ਕੰਮ ਚੰਗਾ ਸਲਾਹਿਆ ਗਿਆ। ਜਦੋਂ ਬਾਬੇ ਨਾਨਕ ਦਾ 550ਵਾਂ ਮਨਾਇਆ ਜਾ ਰਿਹਾ ਸੀ ਨਾ ਪੁਰਬ ਅਤੇ ਉਸ ਵੇਲੇ ਮੈਂ ਜਿਹੜੀ ਮੇਰੀ ਕਿਤਾਬ ਸੀ ਗੁਰੂ ਨਾਨਕ ਕਾਵਿ ਜੀ ਗੁਰੂ ਨਾਨਕ ਕਾਵਿ ਅੰਜਲੀ ਇੰਨੀ ਸਲਾਹੀ ਗਈ ਕਿ ਯੂਨੀਵਰਸਿਟੀਆਂ ਦੇ ਵਿੱਚ ਉਹਦੇ 'ਤੇ ਸੈਮੀਨਾਰ ਹੋਏ ਮੈਨੂੰ ਉੱਥੇ ਡੇਰਾ ਬਾਬਾ ਨਾਨਕ ਬੁਲਾਇਆ ਗਿਆ ਅਤੇ ਉਹਦੇ ਵਿੱਚ ਮੈਂ ਗੁਰੂ ਨਾਨਕ ਉੱਤੇ ਜਿਹੜੀ ਸਭ ਤੋਂ ਖੂਬਸੂਰਤ ਕਵਿਤਾ ਲਿਖੀ ਹੁਣ ਤੋਂ ਭਾਈ ਗੁਰਦਾਸ ਤੋਂ ਲੈ ਕੇ ਹੁਣ ਤੱਕ ਉਹਦੀ ਸੰਪਾਦਨਾ ਕੀਤੀ ਅਤੇ ਹੁਣ ਪਿਛਲੇ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਲੋਕ ਤਾਂ ਹੁਣ ਲੱਗੇ ਨੇ ਮੈਂ ਪਿਛਲੇ ਸਾਲ ਜਦੋਂ ਲੋਕਡਾਊਨ ਸੀ ਅਤੇ ਉਸ ਵੇਲੇ ਮੈਂ ਨੂਰੀ ਸੀਸ ਨੂੰ ਕਾਵ ਸਿਜਦਾ ਜਿਹੜੀ ਕਿਤਾਬ ਹੈ ਸੰਪਾਦਨਾ ਕੀਤੀ ਉਹ ਬੜੀ ਸਲਾਹੀ ਗਈ ਅਤੇ ਇਸ ਤਰ੍ਹਾਂ ਦੇ ਸੰਪਾਦਨਾ ਦੇ ਜਿਹੜੇ ਕਾਰਜ ਮੈਂ ਉਹ ਜੁਟਿਆ ਹੋਇਆ ਅਤੇ ਮੇਰੇ ਉਸ ਕਾਰਜ ਨੂੰ ਸਾਰੇ ਸਲਾਹੁੰਦੇ ਨੇ ਅਤੇ ਮੈਂ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੀ ਸੰਪਾਦਨਾ ਮੈਂ ਹੋਰ ਕਰ ਸਕਾਂ। ਦਾਊ ਸਾਹਿਬ ਜਿਵੇਂ ਕਿ ਗੱਲਾਂ ਬਹੁਤ ਨੇ ਕਿਤਾਬਾਂ ਬਹੁਤ ਨੇ ਤੁਹਾਡਾ ਅਤੇ ਮੈਂ ਸਮਝਦਾ ਗੁਸਤਾਖੀ ਮਾਫ ਵੀ ਸਾਡੇ ਕੋਲ ਜਿਹੜਾ
ਇੰਨਾ ਸਮੇਂ ਦੇ ਵਿੱਚ ਆਪਾਂ ਤੁਹਾਡਾ ਜਿਹੜਾ ਸਮੁੰਦਰ ਅਸੀਂ ਬੰਦ ਨਹੀਂ ਕਰ ਸਕਦੇ। ਜੀ ਕਦੇ ਫੇਰ ਵੀ ਅਸੀਂ ਉਹ ਰੱਖਾਂਗੇ, ਪਰ ਮੈਂ ਜਾਂਦੇ ਜਾਂਦੇ ਇੱਕ ਵਾਰੀ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗਾ, ਇੱਕ ਤਾਂ ਜਿਹੜਾ ਕਾਰਜ ਹੈ, ਤੁਸੀਂ ਇੰਨੀਆਂ ਕਿਤਾਬਾਂ ਤੁਸੀਂ ਲਿਖਦੇ ਹੋ, ਸੰਪਾਦਨਾ ਤੁਸੀਂ ਕਰਦੇ ਹੋ, ਜੀ। ਪ੍ਰੋਗਰਾਮਾਂ ਦੇ ਵਿੱਚ ਜਾਂਦੇ ਹੋ, ਇਹਦੇ ਲਈ ਟਾਈਮ ਕਿਵੇਂ ਕੱਢਦੇ ਹੋ, ਤੇ ਇੱਕ ਮਾਣ ਸਨਮਾਨਾਂ ਦੇ ਬਾਰੇ ਮੈਂ ਜ਼ਰੂਰ ਜਾਣਨਾ ਚਾਹੂੰਗਾ ਵੀ ਸਰਕਾਰਾਂ ਵੱਲੋਂ ਜਾਂ ਸੰਸਥਾ ਵੱਲੋਂ ਮਾਣ ਸਨਮਾਨ ਦੀ ਗੱਲ ਜ਼ਰੂਰ ਹੋ ਜੇ। ਅਸਲ 'ਚ ਨਗਲਿਆ ਜੀ, ਮੇਰੇ ਅੰਦਰ ਕੰਮ ਕਰਨ ਦੀ ਭਾਵਨਾ, ਮੈਂ ਕੰਮ ਨੂੰ ਸਭ ਤੋਂ ਬੜੀ ਭਗਤੀ ਸਮਝਦਾ ਹੈ। ਜੀ ਇਸ ਕਾਰਜ ਵਿੱਚ ਮੇਰਾ ਜਿਹੜਾ ਪਰਿਵਾਰ ਹੈ ਨਾ, ਜੀ। ਮੇਰੀ ਘਰਵਾਲੀ, ਮੇਰਾ ਬੇਟਾ, ਮੇਰੀ ਨੂੰਹ, ਮੇਰੀ ਬੇਟੀ, ਸਾਰੀ ਉਹ ਜੀ। ਮੈਨੂੰ ਬੜੀ ਹੱਲਾਸ਼ੇਰੀ ਦਿੰਦੇ ਰਹਿੰਦੇ ਨੇ। ਅੱਜ ਵੀ ਮੈਨੂੰ ਕਹਿੰਦੇ ਵੀ ਤੁਸੀਂ ਅੱਜ ਇੰਟਰਵਿਊ ਦੇਣ ਜਾਣਾ, ਇਹੋ ਜਿਹੇ ਕੱਪੜੇ ਪਾ ਕੇ ਜਾਇਓ। ਤਾਂ ਮੈਂ ਕਿਹਾ ਵੀ ਕੋਈ ਗੱਲ ਨਹੀਂ, ਮੇਰੀ ਤਾਂ ਗੱਲਾਂ ਸੁਣਨੀਆਂ, ਮੇਰੇ ਕੱਪੜੇ ਥੋੜਾ ਦੇਖਣੇ। ਤਾਂ ਇਸ ਕਰਕੇ ਮੈਂ ਨਗਲਿਆ ਜੀ ਆਪਣਾ ਇੱਕ ਟੀਚਾ ਬਣਾਇਆ ਹੈ ਜੀ। ਕਿ ਜਿੰਨਾ ਕੁ ਮੇਰੇ ਕੋਲ ਸਮਾਂ ਹੈ, ਤਾਂ ਕੋਈ 24 ਘੰਟੇ ਹੋਏ ਹਰ ਕੋਲ, ਕਿ ਮੈਂ ਉਸ ਸਮੇਂ ਨੂੰ ਬੜੇ ਸੂਤਰਬੱਧ ਕੀਤਾ ਹੋਇਆ, ਤੇ ਇਸ ਕਰਕੇ ਮੈਨੂੰ ਕੋਈ ਇਸ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ। ਮੈਂ ਰਾਤ ਨੂੰ 1 ਵਜੇ, 2 ਵਜੇ, 2:30 ਵਜੇ ਮੈਂ ਆਪਣਾ ਜੋ ਮਿੱਥਿਆ ਹੋਇਆ ਹੁੰਦਾ ਲਿਖਣਾ ਪੜ੍ਹਨਾ, ਉਹ ਮੈਂ ਕਰਦਾ ਰਹਿਣਾ। ਜੀ। ਉਹਦੇ ਵਿੱਚ ਮੇਰੇ ਜਿਹੜੇ ਘਰ ਦੇ ਮੈਂਬਰ ਨੇ ਮੈਨੂੰ ਪੂਰਾ ਸਹਿਯੋਗ ਦਿੰਦੇ ਨੇ। ਦੂਸਰੀ ਗੱਲ ਇਹ ਨਾਮਾਂ ਸਨਮਾਨਾਂ ਦੀ, ਅਸਲ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਕਿਸੇ ਖੇਤਰ ਦੇ ਵਿੱਚ ਨਾਂ ਦਾ ਸਥਾਪਿਤ ਹੋ ਜਾਣਾ। ਜੀ ਜਦੋਂ ਨਾਂ ਸਥਾਪਿਤ ਹੋਏ, ਮੇਰਾ ਖਿਆਲ ਸਭ ਤੋਂ ਵੱਡਾ ਪੁਰਸਕਾਰ ਹੁੰਦਾ ਹੈ। ਬਾਕੀ ਜਿਹੜੇ ਪਾਠਕ ਨੇ, ਤੁਹਾਡੇ ਦਰਸ਼ਕ ਨੇ, ਤੁਹਾਡੇ ਜਿਹੜੇ ਕਿਤਾਬਾਂ ਪੜ੍ਹਨ ਵਾਲੇ ਨੇ, ਉਹ ਤੁਹਾਨੂੰ ਕਿਵੇਂ ਹੁੰਗਾਰਾ ਦਿੰਦੇ ਨੇ, ਤੁਹਾਡੀ ਜਿਹੜੀਆਂ ਕਿਤਾਬਾਂ ਨੇ ਉਹ ਕਿਵੇਂ ਸਵੀਕਾਰ ਕਰਦੇ ਨੇ। ਬਿਲਕੁਲ। ਸੋ ਨਾਮਾਂ ਬਾਰੇ ਮੈਂ ਕਦੇ ਨਹੀਂ ਇੱਦਾਂ ਦਾ ਕਦੀ ਸੋਚਿਆ, ਨਾ ਮੈਂ ਕਦੀ ਸੋਚਿਆ ਸੀ ਕਿ ਨਗਲੀਆ ਜੇ ਕਿ ਇੰਨਾ ਮਾਣ ਸਨਮਾਨ ਜਾਂ ਇੱਥੇ ਤੱਕ ਮੈਂ ਜਾ ਸਕਾਂਗਾ, ਕਿਉਂਕਿ ਮੈਂ ਤਾਂ ਇੱਕ ਪੇਂਡੂ ਵਿਦਿਆਰਥੀ ਸੀ, ਸਧਾਰਨ ਪਰਿਵਾਰ ਵਿੱਚੋਂ ਸੀ, ਤੇ ਬਹੁਤ ਤੰਗੀਆਂ ਤੁਰਸੀਆਂ ਬੜੀਆਂ ਕੱਟੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਪਰ ਮੈਨੂੰ ਜਿਹੜੀ ਇਨਾਮ ਸਨਮਾਨ ਮਿਲੇ ਨੇ, ਇੱਕ ਤੇ ਮੈਨੂੰ ਜਿਹੜੀ ਕਿਰਲੀ ਤੇ ਤਿਤਲੀ ਮੇਰੀ ਕਿਤਾਬ ਸੀ ਕਹਾਣੀਆਂ ਦੀ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣੇ ਨੇ ਉਸ ਨੂੰ ਇਨਾਮ ਦਿੱਤਾ, ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਜਿਹੜੀ ਬਾਲ ਕਹਾਣੀ ਦੀ ਕਿਤਾਬ ਹੈ ਉਸ ਨੂੰ ਮਿਲਿਆ। ਉਸ ਤੋਂ ਬਾਅਦ ਮੇਰੀਆਂ ਜਿਹੜੀਆਂ ਹੋਰ ਬਾਲ ਸਾਹਿਤ ਦੀਆਂ ਕਿਤਾਬਾਂ ਸੀ, ਬਾਲ ਕੇ ਰੁੱਖ ਨੂੰ ਭਾਸ਼ਾ ਬਾਗ ਨੇ ਦਿੱਤਾ ਨਾਮ, ਚਾਨਣ ਦੀ ਟਹਿਣੀ ਨੂੰ ਦਿੱਤਾ, ਤੇ ਮੇਰੇ ਜੀਵਾ ਨੂੰ ਦਿੱਤਾ। ਇਸੇ ਤਰ੍ਹਾਂ ਸੱਭਿਆਚਾਰਕ ਮੁਹਾਂਦਰੇ ਨੂੰ ਪੰਜਾਬ ਸਿੱਖਿਆ ਬੋਰਡ ਨੇ ਮੈਨੂੰ 2 ਵਾਰ ਸਨਮਾਨਿਤ ਕੀਤਾ। ਤੇ ਸਭ ਤੋਂ ਵੱਡੀ ਗੱਲ ਜਿਹੜਾ ਮੈਂ ਮਹਿਸੂਸ ਕੀਤਾ ਜਦੋਂ ਮੇਰਾ ਬਾਲ ਸਾਹਿਤ ਦੇ ਵਿੱਚ ਇੰਨਾ ਕੰਮ ਹੋ ਗਿਆ, ਤਾਂ ਭਾਸ਼ਾ ਭਾਗ ਪੰਜਾਬ ਨੇ 1998 ਦੇ ਵਿੱਚ ਮੈਨੂੰ ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ ਦਿੱਤਾ। ਇਸ ਤੋਂ ਬਾਅਦ ਮੈਨੂੰ ਜਿਹੜੇ ਪੰਜਾਬੀ ਸਾਥ ਲਾਂਬੜਾ ਹੈ, ਉਹਨਾਂ ਨੇ ਵੀ ਬਾਲ ਸਾਹਿਤ ਪ੍ਰਿੰਸੀਪਲ ਤਰਲੋਚਨ ਸਿੰਘ ਦੀ ਯਾਦ ਦੇ ਵਿੱਚ ਬਾਲ ਸਾਹਿਤ ਪੁਰਸਕਾਰ ਦੇ ਕੇ ਮੈਨੂੰ ਨਿਵਾਜਿਆ। ਉਸ ਸਮੇਂ ਜਿਹੜੇ 7 ਸ਼ਖਸੀਅਤਾਂ ਨੂੰ ਉਹਨਾਂ ਨੇ ਸਨਮਾਨ ਦਿੱਤਾ ਸੀਗਾ, ਰਸ਼ੀਆ ਦਾ ਇੱਕ ਰਾਈਟਰ ਹੈ ਸੈਬਰੀਕੋਵ, ਉਹਨਾਂ ਨੂੰ ਵੀ ਬੁਲਾਇਆ ਵਾ ਸੀਗਾ, ਤੇ ਕਿਰਪਾਲ ਸਿੰਘ ਹਿਸਟੋਰੀਅਨ ਵੀ ਸੀ, ਆਪਣੇ ਨੇਕ ਚੰਦ ਵੀ ਸੀ ਰੌਕ ਗਾਰਡਨ ਵਾਲੇ, ਤੇ ਇਸੇ ਤਰ੍ਹਾਂ ਹੋਰ ਕੁਝ ਸ਼ਖਸੀਅਤਾਂ ਸੀ ਜਿਨ੍ਹਾਂ ਦੇ ਵਿੱਚ ਮੈਨੂੰ ਵੀ ਉਸ ਵੇਲੇ ਪੁਰਸਕਾਰ ਦਿੱਤਾ। ਤੇ ਮੈਂ ਬਹੁਤ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਿਆ ਕਿ ਏਡੀਆਂ ਸ਼ਖਸੀਅਤਾਂ ਦੇ ਵਿੱਚ ਮੈਨੂੰ ਵੀ ਸ਼ਾਮਿਲ ਕੀਤਾ ਗਿਆ। ਤੇ ਸਭ ਤੋਂ ਜਿਹੜਾ ਵੱਡਾ ਇੱਕ ਜਿਹਨੂੰ ਕਹਿੰਦੇ ਵਕਾਰੀ ਪੁਰਸਕਾਰ ਹੈ, ਉਹ ਹੈ ਸਾਹਿਤ ਅਕੈਡਮੀ ਦਿੱਲੀ ਦਾ। ਸਾਹਿਤ ਅਕੈਡਮੀ ਦਿੱਲੀ ਜਿਹੜੀ ਹੈ, ਉਹ ਬਾਲ ਸਾਹਿਤ ਜਿਹੜੇ ਲੇਖਕ ਨੇ, ਜਿਹੜੇ 24 ਭਾਸ਼ਾਵਾਂ ਦੇ ਵਿੱਚ ਲਿਖਿਆ ਜਾਂਦਾ ਨਾ ਬਾਲ ਸਾਹਿਤ, ਪੰਜਾਬੀ ਦਾ ਜਿਹੜਾ ਬਾਲ ਸਾਹਿਤ ਪੁਰਸਕਾਰ ਮੈਨੂੰ ਉਹ 2012 ਦਾ ਸਾਹਿਤ ਅਕੈਡਮੀ ਦਿੱਲੀ ਨੇ ਦੇ ਕੇ ਰਾਸ਼ਟਰੀ ਪੁਰਸਕਾਰ ਦੇ ਕੇ ਨਿਵਾਜਿਆ। ਤੇ ਇੱਥੇ ਮੈਂ ਇਹ ਵੀ ਗੱਲ ਦੱਸਣੀ ਚਾਹਾਂਗਾ ਕਿ ਮੈਂ ਆਪਣੇ ਆਪ ਨੂੰ ਬੜਾ ਖੁਸ਼ਨਸੀਬ ਮਹਿਸੂਸ ਕਰਨਾ ਕਿ ਇਹ ਜਿਹੜੇ ਪੁਰਸਕਾਰ ਨੇ ਇਹ ਤਾਂ ਮਿਲ ਗਏ ਮੈਨੂੰ। ਫਿਰ ਭਾਸ਼ਾ ਭਾਗ ਨੇ ਮੈਨੂੰ ਐਡਵਾਈਜ਼ਰੀ ਕਮੇਟੀ ਵਿੱਚ, ਸਕਰੀਨਿੰਗ ਕਮੇਟੀ 'ਚ ਪੁਰਸਕਾਰ ਦੇਣ ਵਾਲਿਆਂ ਦੇ ਵਿੱਚ ਪਾਇਆ। ਦੇਖੋ ਕਿੱਥੇ ਤਾਂ ਪੁਰਸਕਾਰ ਦੇਣ ਵਾਸਤੇ ਬੰਦਾ ਤੰਗਦਾ ਹੁੰਦਾ, ਲੋਚਦਾ ਹੁੰਦਾ, ਮੈਂ ਉਹਨਾਂ ਵਿੱਚ ਸੀਗਾ ਜਿਹਨਾਂ ਨੇ ਪੁਰਸਕਾਰ ਦੇਣੇ ਸੀਗੇ। ਇਸੇ ਤਰ੍ਹਾਂ ਜਿਹੜੀ ਸਾਹਿਤ ਅਕੈਡਮੀ ਦਿੱਲੀ ਹੈ, ਉਹਨਾਂ ਨੇ ਮੈਨੂੰ 2 ਵਾਰ ਜੂਰੀ ਮੈਂਬਰ ਦੇ ਤੌਰ 'ਤੇ ਸੱਦਾ ਦਿੱਤਾ, ਮੈਨੂੰ ਉਹਨਾਂ ਨੇ ਚੁਣਿਆ ਕਿ ਇੱਕ ਵਾਰ ਤਾਂ ਬਾਲ ਸਾਹਿਤ ਦਾ ਜਿਹੜਾ ਪੁਰਸਕਾਰ ਦੇਣਾ ਸੀ, ਜਿਹੜਾ ਕਿ ਅਸੀਂ ਸਰਦਾਰ ਹਿਰਦੇਪਾਲ ਸਿੰਘ ਨੂੰ ਦਿੱਤਾ ਸੀਗਾ, ਉਸ ਜਿਹੜੀ ਜੂਰੀ ਮੈਂਬਰ 3 ਜੂਰੀ ਮੈਂਬਰ ਹੁੰਦੇ ਨੇ, ਉਹਨਾਂ ਵਿੱਚ ਮੈਨੂੰ ਉਹਨਾਂ ਨੇ ਦਿੱਤਾ, ਬੁਲਾਇਆ ਸੀਗਾ। ਤੇ ਇਸੇ ਤਰ੍ਹਾਂ ਜਦੋਂ ਹੁਣ ਪਿੱਛੇ ਜੇ ਕਿਰਪਾਲ ਕਜ਼ਾਕ ਜੀ ਨੂੰ ਅਸੀਂ ਪੁਰਸਕਾਰ ਦਿੱਤਾ ਨਾ ਸਾਹਿਤ ਅਕੈਡਮੀ ਦਿੱਲੀ ਦਾ, ਉਹਦੇ ਵਿੱਚ ਮੈਂ ਜੂਰੀ ਮੈਂਬਰ ਸੀ। ਇਸੇ ਤਰ੍ਹਾਂ ਹਰਿਆਣਾ ਸਾਹਿਤ ਅਕੈਡਮੀ ਨੇ ਮੈਨੂੰ 3-4 ਸਾਲ ਉਸ ਕਮੇਟੀ 'ਚ ਰੱਖਿਆ, ਜਿਸ ਕਮੇਟੀ ਦੇ ਵਿੱਚ ਹਰਿਆਣਾ ਸਾਹਿਤ ਅਕੈਡਮੀ ਵਾਲੇ ਪੰਜਾਬੀ ਦੇ ਲੇਖਕਾਂ ਨੂੰ ਪੁਰਸਕਾਰ ਦਿੰਦੇ ਸੀ। ਸੋ ਮੈਂ ਮਹਿਸੂਸ ਕਰਦਾ ਕਿ ਹੋਰ ਕਿਤਾਬਾਂ ਨੂੰ ਬੜਿਆ ਟਾਈਮ ਟੂ ਟਾਈਮ ਵੱਖੋ ਸੰਸਥਾਵਾਂ ਨੇ ਮੈਨੂੰ ਬੜਾ ਸਨਮਾਨ ਦਿੱਤਾ। ਯੂਨੀਵਰਸਿਟੀਆਂ ਨੇ ਕਈ ਵਾਰ ਬੁਲਾ ਕੇ ਮੈਨੂੰ ਪ੍ਰਧਾਨਗੀ ਕਰਨ ਵਾਸਤੇ ਜਾਂ ਬਤੌਰ ਇੱਕ ਮਾਹਰ ਦੇ ਤੌਰ 'ਤੇ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਬੜਾ ਕੰਮ ਕੀਤਾ, ਪਾਠ ਪੁਸਤਕਾਂ ਬਣਾਉਣ ਦੇ ਵਿੱਚ ਉਹਨਾਂ ਨੇ ਵੀ। ਪਿੱਛੇ ਜੇ ਇੱਕ ਧਰਤ ਪੰਜਾਬ ਦੀ ਸੰਪਾਦਨਾ ਜਦੋਂ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਛਾਪਣੀ ਸੀ, ਉਹ ਸਾਰਾ ਕਾਰਜ ਧਰਤ ਪੰਜਾਬ ਜਿਹੜੀ ਉਹਦੀ ਸੰਪਾਦਨਾ ਮੈਂ ਹੀ ਕੀਤੀ ਹੈ। ਸੋ ਮੈਨੂੰ ਆਪਣੇ ਪਾਠਕਾਂ ਵੱਲੋਂ, ਆਪਣੇ ਦੋਸਤਾਂ ਵੱਲੋਂ, ਸੰਸਥਾਵਾਂ ਵੱਲੋਂ ਸਮੇਂ-ਸਮੇਂ ਬੜੇ ਪੁਰਸਕਾਰ ਮਿਲਦੇ ਰਹੇ ਨੇ। ਮੈਂ ਉਹਨਾਂ ਸਾਰਿਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੇਰੇ ਕੰਮ ਦੀ ਕਦਰ ਕੀਤੀ ਹੈ। ਪਰ ਮੈਂ ਮਹਿਸੂਸ ਕਰਦਾ ਕਿ ਸਭ ਤੋਂ ਵੱਡਾ ਜਿਹੜਾ ਨਾਮ ਹੁੰਦਾ ਉਹ ਸਥਾਪਿਤ ਹੋਣਾ ਅਤੇ ਲੋਕਾਂ ਦੇ ਵੱਲੋਂ ਉਹਦੀ ਸ਼ਲਾਘਾ ਹੋਣੀ। ਸੋ ਮੈਂ ਇਹੀ ਕੋਸ਼ਿਸ਼ ਕਰਦਾ ਕਿ ਮੈਂ ਕਦੇ ਵੀ ਕੋਈ ਇਹੋ ਜਿਹਾ ਕੰਮ ਨਾ ਕਰ ਸਕਾਂ ਜਿੱਥੇ ਮੈਨੂੰ ਨਿਰਾਸ਼ਤਾ ਹੋਵੇ। ਮੈਂ ਕਦੇ ਵੀ ਕਿਸੇ ਵੀ ਸਮੇਂ ਵਿੱਚ ਕਈ ਵਾਰ ਮੇਰੀ ਨਾਲ ਬੇਇਨਸਾਫੀ ਵੀ ਹੋਈ ਹੈ, ਪਰ ਮੈਂ ਕਦੇ ਆਪਣਾ ਦਿਲ ਨਹੀਂ ਛੱਡਿਆ ਹੈਗਾ। ਮੇਰਾ ਫਰਜ਼ ਬਣਦਾ ਕਿ ਮੈਂ ਅੱਗੇ ਵੱਧਦਾ ਰਹਾਂ। ਅਤੇ ਤੁਹਾਡੇ ਵਰਗੇ ਜਿਹੜੇ ਚੈਨਲਾਂ ਵਾਲੇ ਨੇ, ਕਈ ਵਾਰ ਮੇਰੇ ਕੋਲ ਘਰ ਵੀ ਆਉਂਦੇ ਨੇ, ਕਈ ਵਾਰ ਵੀ ਤੁਸੀਂ ਇੰਟਰਵਿਊ ਕਰਨੀ ਹੈ, ਮੈਂ ਕਦੇ ਵੀ ਆਪਣੇ ਘਰ ਦਾ ਬੂਹਾ ਬੰਦ ਨਹੀਂ ਕੀਤਾ। ਮੈਂ ਕਿਸੇ ਵੀ ਵਿਦਿਆਰਥੀ ਨੂੰ, ਬਹੁਤ ਮੇਰੇ ਕੋਲ ਵਿਦਿਆਰਥੀ ਆਉਂਦੇ ਨੇ ਜੋ ਖੁਜਾਰਥੀ ਨੇ, ਕਦੇ ਪਟਿਆਲੇ ਤੋਂ, ਕਦੇ ਪੰਜਾਬ ਯੂਨੀਵਰਸਿਟੀ ਤੋਂ, ਕਦੇ ਲੁਧਿਆਣੇ ਤੋਂ, ਮੈਂ ਉਹਨਾਂ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਹੱਲਾਸ਼ੇਰੀ ਦਿੱਤੀ ਹੈ। ਜਿੰਨਾ ਕੁ ਮੇਰਾ ਬਣਦਾ ਸਹਿਯੋਗ ਹੈ, ਜਿੰਨੀ ਮੇਰੀ ਕਾਬਲੀਅਤ ਹੈ, ਉਹਨਾਂ ਨੂੰ ਮੈਂ ਆਪਣੇ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਸੁਨਹਿਰੀ ਭਵਿੱਖ ਬਣਾਉਣ ਵਾਸਤੇ ਜਿੰਨਾ ਕੁ ਯੋਗਦਾਨ ਦੇ ਸਕਦਾ। ਮੈਂ ਕਦੇ ਆਪਣੀਆਂ ਪ੍ਰਾਪਤੀਆਂ 'ਤੇ ਕਦੇ ਮਾਣ ਨਹੀਂ ਕੀਤਾ ਨਗਲਿਆ ਜੀ। ਮੈਂ ਆਪਣੀ ਮਿਹਨਤ 'ਤੇ ਜ਼ਰੂਰ ਕਹਿੰਦਾ ਵੀ ਪਿਆਰੇ ਵਿਦਿਆਰਥੀਓ, ਮਿਹਨਤ ਕਰੋ, ਵੱਡਿਆਂ ਦਾ ਸਤਿਕਾਰ ਕਰੋ, ਆਪਣੀ ਮਾਂ ਬੋਲੀ ਦਾ ਸਤਿਕਾਰ ਕਰੋ, ਵੱਧ ਤੋਂ ਵੱਧ ਪੜ੍ਹੋ, ਕਿਉਂਕਿ ਜਿਹੜਾ ਅਧਿਐਨ ਹੈ ਬਹੁਤ ਜ਼ਰੂਰੀ ਹੈ ਜੇ ਤੁਸੀਂ ਕਿਸੇ ਖੇਤਰ ਦੇ ਵਿੱਚ ਨਾਮ ਬਣਾਉਣਾ ਹੈ। ਦਾਊ ਸਾਹਿਬ, ਜਾਂਦੇ ਜਾਂਦੇ ਕੋਈ ਸੁਝਾਅ ਸਾਡੇ ਦਰਸ਼ਕਾਂ ਨੂੰ, ਕੋਈ ਗੱਲ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਜਾਂਦੇ ਜਾਂਦੇ? ਮੈਂ ਇਹ ਚਾਹੁੰਦਾ ਕਿ ਜਿਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ, ਬੜੇ ਹੀ ਬੜੇ ਹੀ ਚਿੰਤਾ ਵਾਲੇ ਨੇ। ਸੋ ਮੈਂ ਆਪਣੇ ਨੌਜਵਾਨਾਂ ਨੂੰ ਇਹੀ ਕਹਾਂਗਾ ਕਿ ਆਪਣੀ ਮਿੱਟੀ ਨਾਲ ਜੁੜੇ ਰਹੋ, ਆਪਣੀ ਮਾਂ ਬੋਲੀ ਦੇ ਨਾਲ ਜੁੜੇ ਰਹੋ, ਵੱਧ ਤੋਂ ਵੱਧ ਪੜ੍ਹੋ ਅਤੇ ਵੱਧ ਤੋਂ ਵੱਧ ਜਿਹੜੀ ਯੋਗਤਾ ਪ੍ਰਾਪਤ ਕਰਕੇ ਆਪਣੇ ਪੰਜਾਬ ਦੀ ਸੇਵਾ ਕਰੋ। ਜਿਹੜੇ ਆਲੇ ਦੁਆਲੇ ਭੱਜਣ ਤੋਂ ਇੱਥੇ ਬੜਾ ਕੁਛ ਹੋ ਸਕਦਾ। ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਮਿਲੇ ਅਤੇ ਕਿਸਾਨੀ ਜਿਹੜੀ ਸਾਡੀ ਹੈ, ਕਿਸਾਨੀ ਦੇ ਵਿੱਚ ਬਹੁਤ ਪ੍ਰਾਪਤੀਆਂ ਕਰੀਆਂ ਜਾ ਸਕਦੀਆਂ। ਬਹੁਤ ਚੰਗੇ ਕਿਸਾਨ ਜਿਹੜੇ ਨੇ ਬੜਾ ਚੰਗਾ ਕੰਮ ਕਰ ਰਹੇ ਨੇ, ਬੜਾ ਚੰਗਾ ਜੀਵਨ ਬਤੀਤ ਕਰ ਰਹੇ ਨੇ। ਬਿਲਕੁਲ। ਸੋ ਵੱਧ ਤੋਂ ਵੱਧ ਦੇਖੋ, ਆਪਣੀ ਮਾਂ ਬੋਲੀ ਲਈ ਆਪਣੇ ਅਖਬਾਰ ਪੜ੍ਹੋ, ਮੈਗਜ਼ੀਨ ਲਓ, ਕਿਤਾਬਾਂ ਪੜ੍ਹੋ, ਹਰ ਘਰ ਦੇ ਵਿੱਚ ਕਿਤਾਬ ਪੜ੍ਹੋ। ਜਿੱਥੇ ਕਿਤਾਬ ਹੈ ਉੱਥੇ ਇਸਤਰੀ ਹੈ, ਅਤੇ ਕਿਤਾਬ ਅਤੇ ਇਸਤਰੀ ਦਾ ਸਤਿਕਾਰ ਹੋਣਾ ਹਰ ਘਰ ਦੇ ਵਿੱਚ ਬੜਾ ਜ਼ਰੂਰੀ ਹੈ। ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਸਭ ਤੋਂ ਵੱਡਾ ਇੱਕ ਮਾਡਲ ਹੈ, ਸਾਡੇ ਗੁਰੂ ਸਾਹਿਬਾਨ ਨੇ ਦਿੱਤਾ, ਜਿਸ ਨੂੰ ਅਸੀਂ ਆਪਣਾ ਇਸ਼ਟ ਸਮਝ ਕੇ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇਸ ਵੇਲੇ ਲੋੜ ਹੈ ਉਹਨਾਂ ਦੇ ਉਪਦੇਸ਼ ਦੀ, ਉਸ ਬਾਣੀ ਨਾਲ ਜੁੜਨ ਦੇ, ਅਤੇ ਤਾਂ ਕਿ ਜਿਹੜਾ ਸਾਡਾ ਪੰਜਾਬ ਹੈ, ਮਨੁੱਖਤਾ ਦੀ ਸੇਵਾ, ਸਰਬੱਤ ਦਾ ਭਲਾ ਜਿਹੜਾ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ। ਸੋ ਮੈਂ ਤਾਂ ਇਹੀ ਗੱਲ ਕਹਾਂ ਕਿ ਇੱਕ ਲਾਈਨ ਆਉਂਦੀ ਕਿ ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ। ਅਤੇ ਜਿਹੜਾ ਗੁਰੂ ਹੈ ਉਹ ਸੰਤੋਖ ਰੁੱਖ ਹੈਗਾ, ਧਰਮ ਫੁੱਲ ਹੈਗਾ, ਅਤੇ ਜਿਹੜਾ ਅਖੀਰ 'ਚ ਜੋ ਅਸੀਂ ਪ੍ਰਾਪਤ ਕਰਦੇ ਹਾਂ ਉਹ ਫਲ ਹੈਗਾ, ਅਤੇ ਗਿਆਨ ਫਲ ਹੈਗਾ। ਸੋ ਸੁਖਮਨੀ ਸਾਹਿਬ ਦੇ ਜਨਮ ਬ੍ਰਹਮ ਗਿਆਨੀ ਦਾ ਭੋਜਨ ਗਿਆਨ, ਦੇਖੋ ਉਹਨਾਂ ਨੇ ਬ੍ਰਹਮ ਗਿਆਨੀ ਦੇ ਉਸ ਨੂੰ ਭੋਜਨ ਨੂੰ ਗਿਆਨ ਕਿਹਾ, ਬ੍ਰਹਮ ਗਿਆਨੀ ਦਾ ਭੋਜਨ ਗਿਆਨ। ਸੋ ਪਿਆਰੇ ਦਰਸ਼ਕੋ, ਸਰੋਤਿਓ, ਗਿਆਨ ਐਨਰਿਚ ਯੂਰ ਮਾਈਂਡ, ਲਾਲਾ ਹਰਦਿਆਲ ਦੀ ਜਿਹੜੀ ਕਿਤਾਬ ਹੈ ਹਿੰਟਸ ਆਫ ਸੈਲਫ ਕਲਚਰ, ਉਹਦੇ 'ਚ ਇੱਕ ਫਿਕਰਾ ਹੈ ਐਨਰਿਚ ਯੂਰ ਮਾਈਂਡ, ਕਿ ਜਦੋਂ ਤੁਹਾਡਾ ਦਿਮਾਗ ਅਮੀਰ ਹੈ, ਜਿਹਦੇ ਕੋਲ ਦ੍ਰਿਸ਼ਟੀ ਹੈ, ਜਿਹਦੇ ਕੋਲ ਗਿਆਨ ਹੈ, ਉਹ ਸਾਰਾ ਕੁਝ ਕਰ ਸਕਦਾ, ਉਹ ਰੜੇ ਮੈਦਾਨ 'ਚ ਫੁੱਲ ਉਗਾ ਸਕਦਾ। ਇਸ ਕਰਕੇ ਹਰ ਇੱਕ ਮਨੁੱਖ ਨੂੰ ਮਿਹਨਤ ਕਰਨੀ ਚਾਹੀਦੀ ਹੈ, ਇਮਾਨਦਾਰੀ ਕਰਨੀ ਚਾਹੀਦੀ ਹੈ। ਸਰਕਾਰਾਂ ਵੱਲ ਨਾ ਜਾਓ, ਸਰਕਾਰਾਂ ਦਾ ਤਾਂ ਸਾਨੂੰ ਪਤਾ ਹੀ ਹੈ, ਮੈਂ ਉਹਦੇ ਬਾਰੇ ਕੋਈ ਟਿੱਪਣੀ ਕਰਨੀ ਨਹੀਂ ਚਾਹੁੰਦਾ। ਪਰ ਆਓ ਆਪਣੇ ਪੰਜਾਬ ਨੂੰ ਪਿਆਰ ਕਰੀਏ, ਆਪਣੇ ਇਲਾਕੇ ਨੂੰ, ਆਪਣੀ ਮਾਂ ਬੋਲੀ ਨੂੰ, ਆਪਣੇ ਲੋਕਾਂ ਨੂੰ ਜੇ ਕੁਛ ਕਰ ਸਕਦੇ ਹਾਂ ਤਾਂ ਆਪਾਂ ਕਰਕੇ ਜਾਈਏ। ਇਹੀ ਮੇਰਾ ਸਾਰਿਆਂ ਨੂੰ ਸੰਦੇਸ਼ ਹੈਗਾ। ਅਤੇ ਮੈਂ ਕੋਈ ਬਹੁਤਾ ਉਪਦੇਸ਼ਕ ਨਹੀਂ ਹੈਗਾ ਜਿਹੜਾ ਕਿ ਮੈਂ ਤਾਂ ਸਿੱਖਣ ਆਇਆ। ਮੈਂ ਤਾਂ ਹਰ ਇੱਕ ਬੰਦੇ ਤੋਂ, ਬੱਚੇ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਸਿੱਖਣ ਨਾਲ ਹੀ ਅੱਗੇ ਬੰਦਾ ਵੱਧ ਸਕਦਾ ਹੈ। ਦਾਊ ਸਾਹਿਬ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੇ ਮਹਾਨ ਹੋਣ ਦੇ ਬਾਵਜੂਦ ਵੀ ਤੁਸੀਂ ਆਪਣੇ ਆਪ ਨੂੰ ਬਹੁਤ ਨੀਵਾਂ ਗਿਣਦੇ ਹੋ। ਅਤੇ ਦਾਊ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਦੇਸ਼ ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ। ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਵੀ ਤੁਹਾਡੇ ਇਸ ਚੈਨਲ ਲਈ ਆਪਣੇ ਸ਼ੁਭ ਸ਼ਾਮਾਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਸੋ ਦੋਸਤੋ, ਇਹ ਸਨ ਸਰਦਾਰ ਮਨਮੋਹਨ ਸਿੰਘ ਜੀ ਦਾਊ ਸਾਹਿਬ, ਅਤੇ ਇਹਨਾਂ ਦੇ ਵਿਚਾਰ ਤੁਹਾਨੂੰ ਕਿਵੇਂ ਲੱਗੇ, ਇਹਦੇ ਬਾਬਤ ਆਪਣੇ ਸੁਝਾਅ ਜ਼ਰੂਰ ਦੇਣੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਅਤੇ ਜਲਦੀ ਹੋਰ ਸ਼ਖਸੀਅਤ ਦੇ ਨਾਲ ਜਲਦੀ ਮਿਲਾਂਗੇ। ਅੱਜ ਲਈ ਇੰਨਾ ਹੀ ਬਹੁਤ ਸ਼ੁਕਰੀਆ।